आओ अज जानते हैं होमोफीलिया बीमारी की है। होमोफीलिया बीमारी नाल पीड़ित बच्चे गुरु गोबिंद सिंह मैडिकल ਹਸਪਤਾਲ ਫਰੀਦਕੋਟ ਦੇ ਵਿੱਚ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ। ਜਦ ਸਾਡੀ ਟੀਮ ਵੱਲੋਂ ਮੈਡੀਕਲ ਦੇ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਮੈਡੀਕਲ ਫਰੀਦਕੋਟ ਦੇ ਵਿੱਚ 6 ਮਹੀਨੇ ਤੋਂ 40 ਸਾਲ ਦੇ ਬੱਚੇ ਆਪਣਾ ਇਲਾਜ ਕਰਵਾਉਣ ਦੇ ਲਈ ਪਹੁੰਚ ਰਹੇ ਹਨ। ਇਹਨਾਂ ਮਰੀਜ਼ਾਂ ਨੂੰ ਅਪੰਗਤਾ ਦੀ ਕਮੀ ਹੁੰਦੀ ਹੈ। ਪੰਜਾਬ ਭਰ ਦੇ 19 ਸਿਵਲ ਹਸਪਤਾਲਾਂ ਅਤੇ ਮੈਡੀਕਲ ਹਸਪਤਾਲਾਂ 'ਚ ਇਹਨਾਂ ਦੇ ਇਲਾਜ ਕੀਤੇ ਜਾ ਰਹੇ ਹਨ। ਗਰਭਵਤੀ ਮਹਿਲਾਵਾਂ ਦੇ ਪੇਟ 'ਚ ਪਲ ਰਹੇ ਬੱਚੇ ਨੂੰ ਫੈਕਟਰ ਜੀਨ ਦੀ ਕਮੀ ਹੋਣ ਕਾਰਨ ਬਿਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਆਓ ਜਾਣਦੇ ਹਾਂ ਮੈਡੀਕਲ ਦੇ ਵੱਖ-ਵੱਖ ਵਿਭਾਗਾਂ ਦੇ ਡਾਕਟਰਾਂ ਕੋਲੋਂ ਕਿਵੇਂ ਰੋਕਥਾਮ ਕੀਤੀ ਜਾ ਰਹੀ ਹੈ ਅਤੇ ਮਰੀਜ਼ਾਂ ਨੂੰ ਕਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡੇ ਬੱਚੇ ਨੂੰ ਹੋਮੋਫੀਲੀਆ ਦੀ ਪ੍ਰੋਬਲਮ ਆ ਰਹੀ ਹੈ ਜੀ, ਜਿਹਦੇ ਕਾਰਨ ਅਸੀਂ ਇੱਥੇ ਬੱਚੇ ਦੇ ਫੈਕਟਰ ਰੇਟ ਲਗਵਾਉਂਦੇ ਹਾਂ। ਕੀ ਪ੍ਰੋਬਲਮ ਆ ਰਹੀ ਹੈ? ਇਹਨੂੰ ਕਿਸ ਉਮਰ ਦੇ ਵਿੱਚ ਹੋਈ ਸੀ? ਉਮਰ ਕਿੰਨੀ ਹੈ ਬੱਚੇ ਦੀ? ਬੱਚੇ ਦੀ ਹੁਣ 1.5 ਸਾਲ ਦੀ ਉਮਰ ਹੈਗੀ ਜੀ। 6 ਮਹੀਨੇ ਦਾ ਸੀ ਜਦੋਂ ਸਾਨੂੰ ਪ੍ਰੋਬਲਮ ਪਹਿਲੀ ਵਾਰ ਆਈ ਹੈ ਜੀ। ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਹੋਮੋਫੀਲੀਆ ਬਿਮਾਰੀ ਦਾ? ਇਹ ਸਭ 6 ਮਹੀਨੇ ਸੀ ਬੱਚੇ ਦੇ ਸਿਰ ਦੇ ਵਿੱਚ ਮਤਲਬ ਕਿ ਚੋਟ ਲੱਗ ਗਈ ਸੀ ਛੋਟੇ ਹੁੰਦੇ ਤੇ ਕਿਸੇ ਬੱਚੇ ਤੋਂ, ਜਿਸ ਕਾਰਨ ਇਸ ਵਿੱਚ ਪੇਨ ਹੋਣ ਲੱਗੀ ਜੀ। ਉਸ ਤੋਂ ਬਾਅਦ ਸਾਨੂੰ ਖੱਬੀ ਬਾਂਹ ਦਾ ਮਤਲਬ ਕਿ ਦੌਰਾ ਪੈਣ ਲੱਗ ਗਿਆ ਸੀ ਜੀ। ਦੌਰੇ ਸਾਨੂੰ ਬਾਂਹ ਮਤਲਬ ਕਿ ਇਸ ਦੀ ਕੰਬ ਰਹੀ ਸੀ, ਸਾਨੂੰ ਪਤਾ ਲੱਗਾ ਅਸੀਂ ਮੋਗੇ ਹਸਪੀਟਲ ਦੇ ਵਿੱਚ ਮਤਲਬ ਕਿ ਇਹਨੂੰ ਕਰਵਾਤਾ ਸੀ ਜੀ। ਉਹਨਾਂ ਨੇ ਇਹਦੀ ਮਤਲਬ ਕਿ MRI ਵਗੈਰਾ ਕੀਤੀ, ਸਾਰਾ ਕੁਛ ਕੀਤਾ। ਉਹਦੇ ਵਿੱਚ ਸਾਨੂੰ ਉਹਨਾਂ ਨੇ ਸਾਰੇ ਪ੍ਰੋਬਲਮ ਦੱਸੀ ਜੀ। ਮੁੜ ਕੇ ਸਾਨੂੰ DMC ਦੇ ਵਿੱਚ ਲੁਧਿਆਣੇ ਭੇਜ ਦਿੱਤਾ ਸੀ ਜੀ। ਤੇ ਉੱਥੇ ਵੀ DMC ਵਾਲਿਆਂ ਨੇ ਕੀ ਕੀਤਾ ਜੀ ਤੁਹਾਨੂੰ? DMC ਵਾਲਿਆਂ ਨੇ ਸਾਨੂੰ ਐਮਰਜੈਂਸੀ ਭੇਜ ਕੇ ਸਾਰੇ ਟੈਸਟ ਕੀਤੇ ਜੀ। ਟੈਸਟ ਕੀਤੇ ਮਤਲਬ ਕਿ ਫਿਰ ਉਹਦੇ ਵਿੱਚ ਸਿਰ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਸਾਨੂੰ ਦੱਸਿਆ ਜੀ। ਫਿਰ ਉਹਨਾਂ ਨੇ ਦੱਸਿਆ ਵੀ ਜਿਹੜੀ ਮਤਲਬ ਕਿ ਇਹਦੀ ਬਿਮਾਰੀ ਹੋਮੋਫੀਲੀਆ ਦੇ ਬਾਰੇ ਸਾਨੂੰ ਸਭ ਕੁਝ ਦੱਸਿਆ ਜੀ ਉਹਨਾਂ ਨੇ। ਹੁਣ ਇਹਦਾ ਇਲਾਜ ਕਿੱਥੋਂ ਕਰਵਾ ਰਹੇ ਹੋ ਤੁਸੀਂ? ਹੁਣ ਇੱਥੋਂ ਅਸੀਂ ਇਸ ਦਾ ਇਲਾਜ ਫਰੀਦਕੋਟ DMC ਅੱਜ ਆਪਣਾ ਮੈਡੀਕਲ ਤੋਂ ਕਰਵਾ ਰਹੇ ਜੀ। ਕਿਵੇਂ ਇਲਾਜ ਚੱਲ ਰਿਹਾ ਇਹਨਾਂ ਦਾ? ਕੀ ਹੁਣ ਇਹਨਾਂ ਦਾ? ਸਾਰੇ ਦੇ ਹਫ਼ਤੇ 'ਚ 2 ਵਾਰੀ ਫੈਕਟਰ 8 ਲੱਗ ਰਹੇ ਆ ਜੀ। ਜੇ ਤੁਸੀਂ ਨਾ ਲਗਵਾਓ ਫਿਰ ਕੀ ਇਹ ਬੱਚੇ ਨੂੰ ਪ੍ਰੋਬਲਮ ਆਉਂਦੀ ਹੈ? ਬੱਚੇ ਨੂੰ ਸਾਰੇ ਇਸ ਦੀ ਮਤਲਬ ਕਿ ਉਲਟੀ ਵਗੈਰਾ ਸ਼ੁਰੂ ਹੋ ਜਾਂਦੀ ਹੈ ਤੇ ਚਾਹੇ ਬਸ ਮਤਲਬ ਕਿ ਇਹਦੀ ਕੋਈ ਪੇਨ ਸਟਾਰਟ ਹੋ ਜਾਂਦੀ ਹੈ, ਬਲੀਡ ਸ਼ੁਰੂ ਹੋ ਜਾਂਦੀ ਹੈ। ਜਿਹੜਾ ਇਹਦਾ ਇਲਾਜ ਚੱਲ ਰਿਹਾ ਕਿਵੇਂ ਸੌਖਾ ਹੋ ਜਾਂਦਾ? ਕਿਵੇਂ ਇਹਨੂੰ? ਸਰ ਨਹੀਂ, ਇਹਦਾ ਇਲਾਜ ਸੌਖਾ ਨਹੀਂ ਹੁੰਦਾ ਜੀ। ਬੱਚੇ ਦੀ ਸੂਈ ਜਿਹੜੀ ਲੱਗਦੀ ਹੈ ਉਹ ਪ੍ਰੋਬਲਮ ਬੜੀ ਆਉਂਦੀ ਹੈ, ਬੱਚੇ ਦੀ ਲੱਗਦੀ ਨਹੀਂ ਪਈ ਛੇਤੀ ਜੀ। ਪੇਨ ਹੋਣ ਲੱਗ ਜਾਂਦੇ ਕਈ ਵਗੈਰਾ ਇਸ ਬੱਚਾ ਬਹੁਤ ਔਖਾ ਹੁੰਦਾ ਜੀ ਉਹਦੇ ਵਗੈਰਾ। ਕਿੰਨੇ ਟਾਈਮ ਬਾਅਦ ਇਹਦੀ ਸੂਈ ਲਗਾਉਣੀ ਪੈਂਦੀ ਹੈ? ਹਫ਼ਤੇ 'ਚ 2 ਵਾਰੀ ਜੀ। ਹਾਂਜੀ ਡਾਕਟਰ ਸਾਹਿਬ। ਨਮਸਕਾਰ ਸਾਰਿਆਂ ਨੂੰ। ਮੇਰਾ ਨਾਮ ਡਾਕਟਰ ਵਰੁਣ ਹੈ ਤੇ ਮੈਂ ਫਰੀਦਕੋਟ ਮੈਡੀਕਲ ਕਾਲਜ 'ਚ ਐਸੋਸੀਏਟ ਪ੍ਰੋਫੈਸਰ ਪੀਡੀਆਟ੍ਰਿਕਸ ਹਾਂ ਜੀ। ਤੇ ਮੈਂ ਅੱਜ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹਾਂਗਾ ਇੱਕ ਬਿਮਾਰੀ ਬਾਰੇ ਜਿਹਦਾ ਨਾਮ ਹੀਮੋਫੀਲੀਆ ਹੈ। ਹੀਮੋਫੀਲੀਆ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜਿਹਦੇ ਵਿੱਚ ਬੱਚਾ ਜਾਂ ਬੜਾ ਉਹਦੇ ਵਿੱਚ ਖੂਨ ਵਿੱਚ ਜਿਹੜਾ ਕਲੌਟ ਬਣਨ ਦੀ ਕੈਪੈਸਿਟੀ ਹੁੰਦੀ ਹੈ ਉਹ ਨਹੀਂ ਹੁੰਦੀ। ਮੀਨਸ ਕਿ ਜਿਹਦਾ ਖੂਨ ਇੱਕ ਵਾਰੀ ਵਗਣਾ ਸ਼ੁਰੂ ਹੋ ਜਾਏ ਤੇ ਉਹ ਖੂਨ ਰੁਕਦਾ ਨਹੀਂ, ਕਿਉਂਕਿ ਸਾਡੇ ਖੂਨ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਤੱਤ ਹੁੰਦੇ ਹੈ ਜਿਹੜਾ ਕਿਤੇ ਕੋਈ ਚੋਟ ਲੱਗ ਜਾਂਦੀ ਹੈ ਜਾਂ ਕੋਈ ਖੂਨ ਵਗਣ ਦੀ ਕਿਤੇ ਕੋਈ ਥਾਂ ਬਣ ਜਾਂਦੀ ਹੈ, ਉਹਦੇ ਵਿੱਚ ਉਹ ਨਾਲ ਦੇ ਨਾਲ ਉਹਨੂੰ ਰੋਕਣ ਵਿੱਚ ਕੁਝ ਕਲੌਟਿੰਗ ਮੈਕੈਨਿਜ਼ਮ ਆ ਜਾਂਦਾ ਹੈ ਜੋ ਖੂਨ ਨੂੰ ਰੁਕਾ ਦਿੰਦਾ ਹੈ, ਉਹਨੂੰ ਬੰਦ ਕਰ ਦਿੰਦਾ ਹੈ। ਬਟ ਇਨ ਬੱਚਿਆਂ ਵਿੱਚ ਉਹ ਖੂਨ ਨੂੰ ਰੁਕਾਉਣ ਵਾਲੇ ਜਿਹੜੇ ਤੱਤਵ ਹੈ ਜਿਹੜੀ ਬਾਡੀ ਖੁਦ ਬਣਾਉਂਦੀ ਹੈ ਉਹ ਜਨਮਾਂਦਰੂ ਹੀ ਨਹੀਂ ਬਣਦੇ। ਤੇ ਬੰਦੇ ਨਹੀਂ ਮਤਲਬ ਉਹ ਬਾਡੀ ਵਿੱਚ ਉਹ ਜੈਨੇਟਿਕ ਮੈਕੈਨਿਜ਼ਮ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਉਹ ਬਾਡੀ ਵਿੱਚ ਬਣਾਉਣੇ ਦੀ ਕੈਪੈਸਿਟੀ ਨਹੀਂ ਹੁੰਦੀ। ਠੀਕ ਹੈ। ਤੇ ਇਹਦੇ ਵਿੱਚ ਜਿਹੜੀ ਮੇਨ ਬਿਮਾਰੀ ਹੁੰਦੀ ਉਹ ਹੀਮੋਫੀਲੀਆ A ਹੁੰਦੀ ਹੈ, ਜਿਹਦੇ ਵਿੱਚ ਫੈਕਟਰ 8 ਦੀ ਘਾਟ ਹੁੰਦੀ ਹੈ। ਦੂਜੀ ਬਿਮਾਰੀ ਫੈਕਟਰ 9 ਦੀ ਡੈਫੀਸ਼ੀਐਂਸੀ ਹੁੰਦੀ ਜਿਸ ਨੂੰ ਹੀਮੋਫੀਲੀਆ B ਕਹਿੰਦੇ ਨੇ। ਤੇ ਸਾਡੇ ਕੋਲ ਇਹੋ ਜਿਹੇ ਲਗਭਗ 70 ਦੇ ਉੱਤੇ ਹੀਮੋਫੀਲੀਆ A ਦੇ ਮਰੀਜ਼ ਹੈਗੇ ਤੇ ਲਗਭਗ 10 ਮਰੀਜ਼ ਹੀਮੋਫੀਲੀਆ B ਦੇ ਹੈਗੇ ਜਿਨ੍ਹਾਂ ਦੀ ਉਮਰ 6 ਮਹੀਨੇ ਤੋਂ ਲੈ ਕੇ 40 ਸਾਲ ਦੇ ਉੱਤੇ ਤੱਕ ਦੀ ਹੈਗੀ ਹੈ। ਤੇ ਇੱਥੇ ਅਸੀਂ ਹੀਮੋਫੀਲੀਆ ਦਾ ਕੰਪਰੀਹੈਂਸਿਵ ਇਲਾਜ ਕਰਦੇ ਹਾਂ। ਤੇ ਫਿਰ ਹੀਮੋਫੀਲੀਆ A ਵਿੱਚ ਇੱਕ ਚੀਜ਼ ਹੋਰ ਜਿਹੜੀ ਪ੍ਰੋਬਲਮ ਆਉਂਦੀ ਹੈ, ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਜੁਆਇੰਟ ਬਲੀਡਸ ਦੀ। ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਬਲੀਡਿੰਗ ਹੁੰਦੀ ਹੈ ਜੁਆਇੰਟਸ ਦੇ ਵਿੱਚ। ਅਬ ਜੁਆਇੰਟ ਵਿੱਚ ਬਲੀਡਿੰਗ ਕਿਵੇਂ ਹੁੰਦੀ ਹੈ? ਇਹਦੇ ਵਿੱਚ ਜ਼ਰੂਰੀ ਨਹੀਂ ਹੈ ਕਿ ਚੋਟ ਲੱਗੇ, ਬਿਨਾਂ ਚੋਟ ਲਗੇ ਵੀ ਜੁਆਇੰਟ 'ਚ ਬਲੀਡਿੰਗ ਹੁੰਦੀ ਹੈ, ਜਿਹਦੇ ਕਰਕੇ ਬੱਚੇ ਨੂੰ ਕਾਫੀ ਪੇਨ ਹੁੰਦੀ ਹੈ ਤੇ ਬੱਚੇ ਦੇ ਜੁਆਇੰਟ ਡੈਮੇਜ ਹੋਣੇ ਸ਼ੁਰੂ ਹੋ ਜਾਂਦੇ ਹਨ।
ਤੇ ਜਦੋਂ ਉਹ ਬੜੇ ਹੋ ਜਾਂਦੇ ਹੈ ਉਹ ਡਿਸੇਬਲ ਹੋ ਜਾਂਦੇ ਹੈ, ਮਤਲਬ ਉਹਨਾਂ ਵਿੱਚ ਅਪੰਗਤਾ ਦੀ ਪ੍ਰੋਬਲਮ ਆ ਜਾਂਦੀ ਹੈ। ਤੇ ਹੁਣ ਜਿਵੇਂ ਕਿ ਇਲਾਜ ਬਹੁਤ ਸੌਖਾ ਹੋ ਗਿਆ ਹੈ, ਸਰਕਾਰ ਵੱਲੋਂ ਇੱਕ ਜਿਹੜੇ ਮੈਂ ਤੁਹਾਨੂੰ ਕਿਹਾ ਕਿ ਜਿਹੜੇ ਕਾਟ ਹੁੰਦੀ ਹੈ ਉਸ ਫੈਕਟਰ ਦੀ, ਉਹ ਫੈਕਟਰ ਹੁਣ ਫ੍ਰੀਲੀ ਅਵੇਲੇਬਲ ਨੇ ਹਰ ਮੈਡੀਕਲ ਕਾਲਜ 'ਚ, ਚਾਹੇ ਉਹ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਔਰ ਸਾਰੇ ਸਿਵਲ ਹਸਪਤਾਲ, ਲਗਭਗ ਸਾਰੇ ਸਿਵਲ ਹਸਪਤਾਲ 19 ਸਿਵਲ ਹਸਪਤਾਲ ਜਿਹੜੇ ਪੰਜਾਬ ਦੇ ਹੈਗੇ ਉਹ ਫੈਕਟਰ ਪ੍ਰਚੁਰ ਮਾਤਰਾ 'ਚ ਅਵੇਲੇਬਲ ਹੈਗੇ। ਤੇ ਹਰ ਉਹ ਬੱਚਾ ਜਾਂ ਬੜਾ ਜਿਨ੍ਹਾਂ ਨੂੰ ਬਲੀਡ ਦੀ ਪ੍ਰੋਬਲਮ ਹੁੰਦੀ ਹੈ, ਜਿਨ੍ਹਾਂ ਨੂੰ ਬਲੀਡ ਹੋ ਜਾਂਦਾ, ਉਹ ਨਾਲ ਦੇ ਨਾਲ ਉਹਨਾਂ ਨੂੰ ਫੈਕਟਰ ਮਿਲ ਜਾਂਦਾ ਹੈ। ਇਸ ਬਿਮਾਰੀ ਦਾ ਇਲਾਜ ਇੱਕ ਹੀ ਹੈ ਕਿ ਫੈਕਟਰ ਜੇ ਟਾਈਮ ਨਾਲ ਮਿਲ ਜਾਏਗਾ ਬੱਚੇ ਨੂੰ ਜਾਂ ਬੜੇ ਨੂੰ, ਉਹਦੇ ਵਿੱਚ ਉਹ ਬਲੀਡ ਨਾਲ ਦੇ ਨਾਲ ਰੁਕ ਜਾਏਗਾ ਤੇ ਜੁਆਇੰਟ ਡੈਮੇਜ ਹੋਣਾ ਘਟ ਜਾਏਗਾ ਔਰ ਜੁਆਇੰਟ ਦੀ ਡੈਮੇਜ ਸ਼ਾਇਦ ਅਸੀਂ ਬਚਾ ਵੀ ਸਕਦੇ, ਖਾਸ ਕਰ ਜੇ ਅਸੀਂ ਫੈਕਟਰ ਬਹੁਤ ਜਲਦੀ ਸ਼ੁਰੂ ਕਰੀਏ ਬੱਚਿਆਂ ਵਿੱਚ। ਹੁਣ ਇਹ ਬਿਮਾਰੀ ਹੁੰਦੀ ਕਿਵੇਂ ਹੈ? ਇਹ ਇੱਕ ਐਕਸ-ਲਿੰਕਡ ਰਿਸੈਸਿਵ ਡਿਸਆਰਡਰ ਹੈ, ਜਿਹੜਾ ਮਾਂ ਦੇ ਪੇਟ ਵਿੱਚ ਹੀ ਬੱਚੇ ਨੂੰ ਇੱਕ ਤਰ੍ਹਾਂ ਦਾ ਜੀਨ ਡਿਫੈਕਟ ਹੋ ਜਾਂਦਾ ਹੈ, ਜਿਹਦੇ ਕਰਕੇ ਉਹ फैक्टर नहीं बना पाता। ठीक है, ये मदर की साइड से जेनेटिक डिफेक्ट होता है, मोस्टली मदर की साइड से। कभी कभी इवन कोई भी हिस्ट्री नहीं होती है मदर की साइड से, तो ये मदर के पेट में ही जेनेटिक म्यूटेशन हो सकती है, जिसकी वजह से प्रॉब्लम आ सकती है। ये बीमारी मोस्टली खाली लड़कों में पाई जाती है, लड़कियों में ये बीमारी नहीं होती। बहुत कम रीज़न होते हैं जिसमें लड़कियों में बीमारी हो सकती है, बहुत रेयर है। बट मोस्टली जब हम हीमोफीलिया की बात करते हैं, चाहे वो ए है या बी है, ये एक एक्स-लिंक्ड बीमारी है जो खाली लड़कों में होती है। सो अब अगर हम इसके इलाज की बात करें तो इलाज के लिए हमारे पास क्या अवेलेबल है? वो फैक्टर्स हैं। फैक्टर्स टाइम से मिले तो बच्चे की ज़िंदगी बच सकती है और बच्चे का आगे अपंगता वो नहीं रहेगी। अब फैक्टर कहाँ पे अवेलेबल हैं? सभी मेडिकल कॉलेजेस में, सभी 19 सिविल हॉस्पिटल्स में अवेलेबल हैं। और इसमें जैसे ही ब्लीड होता है, हम हमेशा गाइड भी करते हैं और पेशेंट्स को बताते भी हैं कि आपको विदिन 2 आवर्स, 2 घंटे के बीच बीच में आपको फैक्टर मिल जाना चाहिए, और जिसकी वजह से आपको आने वाले टाइम में दिक्कत नहीं आएगी और बच्चों में जॉइंट डैमेज कम होता जाएगा। अब ये हो गई जॉइंट की बात। इसमें कुछ ब्लीड ऐसे होते हैं जो जानलेवा हो सकते हैं, जिसमें बच्चे की जान को भी खतरा हो सकता है, पेशेंट की जान को भी खतरा हो सकता है। सो जैसे ब्लीडिंग सर के अंदर हो गई, कोई चोट लगी, सर के अंदर ब्लीडिंग हो गई, ठीक है, कोई जीआईटी ट्रैक्ट में ब्लीडिंग हो गई, यूरिनरी ट्रैक्ट में ब्लीडिंग हो गई, या अंदर पेट में ब्लीडिंग हो गई। सो ये चीज़ें इनकी वजह से जान भी जा सकती है। तो इसमें हमको फैक्टर की डोज भी ज़्यादा लगानी पड़ती है और फास्ट लगानी पड़ती है, और हमें कुछ ज़्यादा देर तक भी लगानी पड़ती है। एक प्रॉब्लम जो हीमोफीलिया ए के बच्चों में आती है, जो सबसे खतरनाक है इन टर्म्स ऑफ हेल्थ इम्प्लीकेशंस और कॉस्ट टू द गवर्नमेंट, वो है इनहिबिटर बनने की प्रॉब्लम। सो इनहिबिटर का मतलब होता है कि जैसे हम जो फैक्टर दे रहे हैं वो काम करना हट जाता है, ठीक है। सो उसके लिए फिर हमें कुछ ऐसी दवाइयाँ देनी पड़ती हैं जो बहुत ही ज़्यादा कॉस्टली हैं, जिनको हम बाईपासिंग एजेंट्स बोलते हैं। क्योंकि देखो, बच्चे की जान या पेशेंट की जान से बड़ा कुछ नहीं होता, बट येस, अगर वो इनहिबिटर बन जाता है तो बहुत ही मुश्किल काम हो जाता है। हमारे पास ऑलरेडी 8 ऐसे बच्चे हैं, 9वां अभी डायग्नोज हुआ है रिसेंटली, वो भी हमारे पास हीमेचूरिया यानी कि पेशाब में खून करके आया था। सो फिर हमारे पास अभी वो डायग्नोस्टिक फैसिलिटी नहीं है, बट बहुत जल्दी, मैं टाइम नहीं बता सकता, मे बी इन अ पीरियड ऑफ 1 मंथ हमारे पास वो डायग्नोस्टिक फैसिलिटी भी यहाँ पे फरीदकोट में आ जाएगी। सो हमको उसको पीजीआई भेजना पड़ा, जहाँ पे उसका इनहिबिटर पॉजिटिव आया। सो उसको हमने बाईपासिंग एजेंट्स दिए, और हमारे पास 6 बच्चे ऑलरेडी यहाँ पे हैं जिनको हम एक नई नॉवल फैक्टर थेरेपी दे रहे हैं, जो बहुत कॉस्टली है, सरकार फ्री ऑफ कॉस्ट दे रही है, जिसमें हम वो इंजेक्शन बच्चे के चमड़ी में लगाते हैं, हफ्ते में 1 बारी या 2 हफ्ते में 1 बारी या महीने में 1 बारी। सो अगर हमने हफ्ते में 1 बारी चमड़ी में वो इंजेक्शन लगा लिया तो बच्चे को ब्लीड होता ही नहीं है। सो हमारे पास 6 ऐसे बच्चे हैं जो इनहिबिटर पॉजिटिव थे, जिनको लाखों रुपए का फैक्टर महीने में लग जाता था। सो उनको हमने बहुत ही कम कॉस्ट में, ठीक है, सो हम उनको वो थेरेपी प्रोवाइड कर रहे हैं, जिसकी वजह से उनकी ज़िंदगी आसान हो गई है। और 2 बच्चे हमारे पास तो बहुत दूर से आते हैं, संगरूर से आते हैं हमारे पास, ठीक है, मंडी गोविंदगढ़ से आते हैं, जो फैक्टर लगाने के लिए हमारे पास 2 हफ्ते में 1 बार ही आते हैं। उनमें से एक बच्चा जो पूरा बेड रिडन था, जो उठ भी नहीं पाता था, जिसका स्कूल बंद हो गया था। सो वो बच्चे को हमने जब ये फैक्टर शुरू किया, 2 महीने के भीतर वो खुद अपने पैर पे चल के हमारे पास आता है, और वो स्कूल भी जा रहा है, और वो आज बच्चा पुशअप भी लगा रहा है, ठीक है। सो मैं वो वीडियो भी आपके साथ शेयर करूंगा,
आप जब देखेंगे उसकी हालत से, किस हालत से वो उठा था और आज वो जब पुशअप लगाता है बच्चा, तो हमारी ज़िंदगी हमें लगता है कि यार हमने बच्चों के लिए कुछ किया है, सरकार बच्चों के लिए कुछ कर रही है, सरकार बहुत एफ़र्ट्स लगा रही है, सरकार के एफ़र्ट्स कमेंडेबल हैं इस फील्ड में। और आने वाले टाइम में ये पेशेंट्स के लिए, हीमोफीलिया पेशेंट्स के लिए सुखद समय है। मैं इस बीमारी को कभी भी, हीमोफीलिया एक बीमारी नहीं है, ये समझ लीजिए एक डेफिशिएंसी है, ठीक है। जैसे हम डायबिटीज़ की बात करते हैं, डायबिटीज़ बच्चों की डायबिटीज़ में इंसुलिन की डेफिशिएंसी होती है। सो डायबिटीज़ में हम बच्चों में इंसुलिन देते हैं, उनकी शुगर कंट्रोल रहती है, उनकी लाइफ आसान हो जाती है। सिमिलरली हीमोफीलिया में फैक्टर की डेफिशिएंसी है, हमने अगर उनको फैक्टर दे दिया तो उनकी लाइफ भी बिल्कुल नॉर्मल की तरह चलेगी। सो आने वाले टाइम में हर बच्चे को सरकार के सहयोग से प्रोफिलैक्सिस शुरू होएगा, जो वेस्ट में, डेवलप्ड कंट्रीज़ में एक नॉर्म है। तो ये बच्चे भी एक ऐसी ज़िंदगी व्यतीत कर सकते हैं जैसे एक नॉर्मल इंसान, आप, मैं, हम लोग जी रहे होते हैं। सो इनमें फैक्टर की कमी है, हमने फैक्टर दे दिया, फैक्टर पूरा हो गया, तो दे कैन लिव अ लाइफ विच इज़ ऑफ सिग्निफिकेंस एंड एट द सेम टाइम ये सोसाइटी को कंट्रीब्यूट कर सकते हैं। और हमारे जो ये हीमोफीलिया के बच्चे हैं, इनमें डिसेबिलिटी नहीं होएगी और ये पूरी की तरह पूरी सक्षम होएंगे सोसाइटी को सर्व करने के लिए अपनी कैपेसिटी के हिसाब से। सर, ये जो आपने बोला अभी होमोफीलिया पेशेंट को फैक्टर लगाया जाता है, असल में फैक्टर ये है क्या है? ये फैक्टर एक प्रोटीन होता है जो हमारी बॉडी में, अब होता क्या है कि जैसे हमारी बॉडी में जब खून चलना शुरू हो जाता है, मींस इंजरी होती है, तो सबसे पहले क्या होता है, वहाँ पे प्लेटलेट, आपने नाम सुना होगा प्लेटलेट, जैसे डेंगू में हम बोलते हैं प्लेटलेट्स कम हो गई। सो प्लेटलेट का प्लग बनता है, वो खून को पहले रोकता है, बट वो रोकने की कैपेसिटी उसकी कुछ घंटों की होती है। बट उसके बाद खून को क्लॉट बनाना, उसके लिए कुछ फैक्टर्स चाहिए होते हैं, जिनको प्रोटीन होते हैं, जो लिवर में प्रोड्यूस होते हैं, हमारी इस एंडोथीलियम जो होता है वेसल वॉल का, उसमें प्रोड्यूस होते हैं। सो अगर वो फैक्टर, पर्टिकुलरली फैक्टर 8 या फैक्टर 9 प्रोड्यूस ना हो, बॉडी में कैपेसिटी ना हो बनाने की, तो वो क्लॉटिंग नहीं होती। सो वो जो प्लग है वो थोड़ी देर के बाद चल जाता है और खून कंटिन्यूसली बगना शुरू हो जाता है। खून, मतलब खून का रिसाव इतना ज़्यादा हो सकता है कि जानलेवा भी हो सकता है। सो अगर हम वही फैक्टर जो लेबोरेटरी में, फैक्ट्री में बना हुआ है, रिप्लेस कर देते हैं पेशेंट को, तो उसकी ज़िंदगी सेम हो जाती है जैसे एक बंदा जिसके अंदर बॉडी में फैक्टर बनता है। सर, इसकी रोकथाम, होमोफीलिया के पेशेंट की रोकथाम के लिए क्या सुविधा बरतनी चाहिए? सो इसके लिए देखिए, पहली बार जब हीमोफीलिया एक बारी पता लग गया तो उसके साथ हम कैस्केड स्क्रीनिंग कर सकते हैं, उसके खासकर मैटरनल साइड यानी कि नानके वाली साइड में। सो वहाँ पे जो मामा जी हो सकते हैं, उनको ये प्रॉब्लम हो सकती है, ज़रूरी नहीं है कि उनको सीवियर हो, बट उनको माइल्ड मॉडरेट हो सकती है। और जो मदर है, उसकी जो सिस्टर्स हैं, उनके अंदर वो कैरियर स्टेट होती है। सो हमें उसके जेनेटिक एनालिसिस कर सकते हैं, जो अभी हमारे पास टेस्टिंग फैसिलिटी अवेलेबल नहीं है, बट हम पीजीआई उनको भेज सकते हैं, ताकि आने वाले टाइम में अगर उनमें वो कैरियर स्टेट है, तो जब माँ के पेट में ही बच्चा 8 से 10 हफ्ते के बीच में है, सो बच्चे का एक सैंपल लेते हैं, उससे हमें पता लग जाएगा कि उस बच्चे को हीमोफीलिया है कि नहीं है। तो हम उस बच्चे को जिसमें हीमोफीलिया है और हमारे को जेनेटिक टेस्टिंग से पता लग गया, सो हम उस बच्चे को पैदा होने से रोक सकते हैं ताकि हीमोफीलिया ना हो, ठीक है। सो खासकर हम उसमें रिपोर्ट जो आती है वो नेगेटिव और पॉजिटिव आती है। अब जैसे मैं ऑलरेडी आपको बता चुका हूँ कि इसमें ये बीमारी 99.9% खाली मेल्स में, यानी कि जो लड़के होते हैं उनमें होती है, ठीक है। सो अगर वो बच्चा लड़का है और हीमोफीलिया है, उसमें रिपोर्ट आती है पॉजिटिव, उसमें ये नहीं लिखा जाता है लड़का है, नेगेटिव या लड़का है कि लड़की है। बट अगर वो नेगेटिव रिपोर्ट आती है, उसका मतलब है या तो वो लड़की है, ठीक है, लड़का है जिसको हीमोफीलिया नहीं है, या लड़की है वो कैरियर है। सो उसमें ये रिपोर्ट कभी नहीं आएगी वो लड़का है या लड़की है, उसमें रिपोर्ट पॉजिटिव या नेगेटिव आएगी। पॉजिटिव मीन्स कि वो लड़का है और उसको हीमोफीलिया है, तो हमें वो बच्चा पैदा होने से हम रोक सकते हैं। जी, सत श्री अकाल। मेरा नाम डॉक्टर संदेश गंजू है। मैं जीजीएस मेडिकल कॉलेज के गायनोकोलॉजी विभाग में एसोसिएट प्रोफेसर हूँ और आज आपके माध्यम से मैं लोगों तक ये संदेश पहुँचाना चाहूँगी कि प्रेगनेंसी और हीमोफीलिया का क्या तालमेल है, इसमें हम क्या कर सकते हैं देखने के लिए कि इसमें थोड़ा कुछ रोकथाम हो सके।
प्रेगनेंसी के बारे में बात करने से पहले मैं हीमोफीलिया के बारे में बहुत स्पष्ट रूप से आपको बताती हूँ शॉर्ट फॉर्म में कि बेसिकली हीमोफीलिया है क्या, एक जेनेटिक डिसऑर्डर है। अब जेनेटिक डिसऑर्डर का क्या मतलब होता है, ये हमारे जीन्स की खराबी है। जीन्स वो होते हैं जो एक बच्चा अपने माँ बाप से लेता है, जिससे हम कहते हैं कि देखो इसकी शक्ल माँ से मिल रही है, बाप से मिल रही है, तो वो जीन्स की वजह से होता है। तो जो एक बच्चा होता है उसका पूरा मेकअप जो होता है वो एक जेनेटिक्स जो होता है उसके माँ बाप से ही मिलता है उसको। अब हीमोफीलिया में क्या होता है, इसमें जो एक जीन होता है जो हमारा, फॉर एग्जांपल अगर आप इस बोर्ड की तरफ देखेंगे तो जो भी हमारी फीमेल होती है उसके जो क्रोमोसोम्स होते हैं, फीमेल बनी होती है 2 एक्स क्रोमोसोम से, सेक्स क्रोमोसोम्स जो होते हैं ये फीमेल होती है मतलब औरत, और जो मेल होता है ये बना होता है हमारा एक्स और वाई, मतलब जो आदमी या लड़का होता है उसमें ये। अब जो हमारा हीमोफीलिया है उसमें प्रॉब्लम होती है एक्स क्रोमोसोम में, ठीक है। वाई क्रोमोसोम में कोई प्रॉब्लम नहीं होती है, एक्स क्रोमोसोम में प्रॉब्लम होती है और इसको एक्स लिंक्ड रिसेसिव कहते हैं। रिसेसिव मतलब कि वो जो बीमारी है वो थोड़ी छुपी है, तो अगर वो एक फीमेल में हो तो वो दोनों एक्स में गड़बड़ होनी चाहिए तब फीमेल को हीमोफीलिया होगा। तो क्योंकि फीमेल्स नॉर्मली जो है अफेक्टेड नहीं होती हीमोफीलिया से, बहुत ही कम कंडीशंस हैं जिसमें फ़ीमेल अफेक्टेड हो हीमोफीलिया से, मैं आपको बताऊंगी वो क्या हैं। पर जनरली जो भी ग्रस्त रहते हैं हीमोफीलिया से वो मेल्स हैं, क्योंकि उनमें एक ही एक्स है और ये बीमारी जो है एक्स लिंक्ड है, ठीक है। तो अगर हम ले लें एक फ़ीमेल जिसमें एक क्रोमोसोम हम मानते हैं ये हीमोफीलिया वाला म्यूटेशन है, इसमें म्यूटेशन मतलब इसमें कुछ गड़बड़ हो गई है जिसकी वजह से हीमोफीलिया के जो जीन है वो हमारे क्लॉटिंग फैक्टर्स बना नहीं रहा या कम है उनमें, जैसे फैक्टर 8 है हीमोफीलिया ए के लिए या फैक्टर 9 है हीमोफीलिया बी के लिए, तो वो कम प्रोड्यूस हो रहे हैं। तो नॉर्मली जब इंसान को कहीं कट लगता है तो फटाफट ये फैक्टर वहाँ जाकर ब्लीडिंग रोक देते हैं, लेकिन क्योंकि इसमें कुछ गड़बड़ है, ये फैक्टर बन ही नहीं रहा, तो उसको जैसे ही चोट लगेगी वहाँ ब्लीडिंग होती रहेगी, वो बंद नहीं होगी, क्योंकि क्लॉटिंग फैक्टर बनाने वाले जीन में कुछ गड़बड़ है। अब ये जीन जो होता है एक्स लिंक्ड होता है और दो एक्स जो है फीमेल में होती है। अब हम मान लेते हैं ये एक शादी हो गई एक फ़ीमेल और मेल की, जिसमें ये एक्स जो है इसमें जो हीमोफीलिया वाला जीन है उसमें गड़बड़ है, मेल में कुछ नहीं है, मेल बिल्कुल सही है। क्योंकि इसका एक ही एक्स में गड़बड़ है, इस फीमेल को भी कुछ नहीं होगा, इसको हम कैरियर कहते हैं। इसमें हीमोफीलिया का कैरियर जीन है, लेकिन इसको कोई प्रॉब्लम नहीं होगी, इसको ब्लीडिंग नहीं होगी, ये नॉर्मल है क्योंकि इसका एक एक्स नॉर्मल है, सिर्फ एक एक्स में गड़बड़ है। अब इनकी जब शादी होगी तो इसमें क्या पॉसिबिलिटीज़ है, एक ये नॉर्मल एक्स आएगा और फादर से एक नॉर्मल एक्स आएगा, तो एक बेटी हुई है लेकिन इसके दोनों एक्स नॉर्मल है, ये एक्स भी नॉर्मल है, ये एक्स भी नॉर्मल है, तो ये बेटी बिल्कुल नॉर्मल है, नॉर्मल फीमेल। अब अगर ये एक्स लेते हैं हम और एक ये फादर से वाई आ गया, तो ये लड़का हुआ है और ये एक्स और वाई, इसका एक्स नॉर्मल है, तो ये भी नॉर्मल मेल है, इसको भी हीमोफीलिया का कोई प्रॉब्लम नहीं है। अब ये वाला जो जी एक्स है इसमें हीमोफीलिया के जीन में प्रॉब्लम है, तो ये एक्स और ये एक्स हम लेते हैं तो क्या बना, एक एक्स नॉर्मल है, एक एक्स में प्रॉब्लम है, तो ये फीमेल कैरियर बन गई है। ये कैरियर है मतलब इसमें हीमोफीलिया के जीन में प्रॉब्लम है, मगर इसका एक एक्स नॉर्मल है, तो इसको कोई दिक्कत नहीं आएगी पूरे लाइफ में, हो सकता है इसको पता भी ना चले कि ये कैरियर है। मेन प्रॉब्लम कहाँ आएगी, जब ये वाला ख़राब वाला एक्स और ये वाला फादर का वाई बनेगा और एक लड़का होगा एक्स और वाई, और ये एक्स ख़राब है, ये जो मेल होगा ये हीमोफिलिक मेल होगा। इसमें बहुत दिक्कत इसलिए आएगी कि जब भी इसको चोट लगेगी, कोई ब्लीडिंग होगी, कोई ऑपरेशन होगा, तो इसकी ब्लीडिंग बंद नहीं होगी क्योंकि इस फैक्टर में दिक्कत आ रही है। तो इससे क्या मतलब हाउ विल वी कम टू नो, हम कैसे पता कर सकते हैं इसके बारे में। तो बेसिकली आपने देख लिया जो हीमोफीलिया ये फीमेल्स में बहुत कम है, बहुत रेयर है। मेन जो इससे ग्रस्त रहेंगे वो मेल्स ही हैं, ठीक है, क्योंकि उनमें एक ही एक्स है, मैंने अभी आपको समझाया एक एक्स है, और अगर वो एक एक्स ख़राब है तो उसको हीमोफीलिया होना ही है। फीमेल में अगर वो एक एक्स ख़राब है लेकिन उसको सपोर्ट करने के लिए एक नॉर्मल एक्स भी है, तो वो कैरियर होगी, उसमें कभी वो मैनिफेस्ट नहीं होगा, उसमें ब्लीडिंग के डिसऑर्डर्स नहीं होंगे, बहुत रेयर कंडीशंस में होंगे। क्या कंडीशंस है मैं आपको बताऊंगी। अब हम लेते हैं एक सिनेरियो जहाँ एक मेल अफेक्टेड, एक आदमी है घर में जिसको हीमोफीलिया है, ठीक है, तो दैट मीन्स कि उसका एक्स जो है उसमें प्रॉब्लम है और वाई नॉर्मल है। अब उसकी जो बहन है
उसका हमें पता करना पड़ेगा कहीं वो कैरियर तो नहीं है। जो मैंने आपको ये वाली फ़ीमेल दिखाई थी, कैरियर फीमेल, राइट, ये सारे जो है हमने पॉसिबिलिटीज़ बनाए हैं, ये सब भाई बहन है, ये और ये बहनें हैं, ये और ये भाई है। तो अगर हम फैमिली के इस मेल की बात कर रहे हैं जिसको हीमोफीलिया है, ठीक है, अब हमने इसकी बहन को चेक करना है, इसकी जो ये बहन है, जब इसकी शादी होएगी तो इसको पता होना चाहिए कि ये हीमोफिलिक है कि नहीं है। तो पहला इम्पॉर्टेंट मैसेज ये जाएगा कि इन दोनों की टेस्टिंग होगी, जो दो बहनें हैं इस आदमी की जो हीमोफिलिक है, इसकी दो बहनों की जब शादी होगी तो इनकी जेनेटिक टेस्टिंग होनी चाहिए कि क्या ये कैरियर्स हैं कि नहीं है। एक पे तो पता ही चल जाएगा कि इसके एक्स नॉर्मल है, ये कैरियर नहीं है। दूसरी वाली का हमें पता चल जाएगा कि दूसरी फीमेल जो है कैरियर फीमेल है। अब जो ये कैरियर फीमेल है, इसमें पॉसिबिलिटी, जैसे मैंने आपको दिखाई, इसमें पॉसिबिलिटी है बच्चे में हीमोफिलिक होने की, हीमोफिलिक मेल होने की। उसके लिए हम क्या कर सकते हैं प्रेगनेंसी में? उसके लिए हम कोरियोनिक विलस सैम्पलिंग कर सकते हैं। एक जेनेटिक टेस्टिंग है जहां हम म्यूटेशन एनालिसिस करते हैं बच्चे का सैंपल लेकर। बहुत तरीके होते हैं, सबसे अर्लीस्ट, सबसे पहले हम टेस्ट कर सकते हैं वो CVS ही है, कोरियोनिक विलस सैम्पलिंग, जो हम 11 से 14 हफ्ते के बीच में करते हैं। इससे हमें आराम से पता चल जाएगा हीमोफिलिक है कि नहीं है। इसके रिपोर्ट में हमें अफेक्टेड या नॉट अफेक्टेड आता है। अगर अफेक्टेड आता है मतलब हीमोफिलिक है, तो फिर हम उनको आगे प्रेगनेंसी टर्मिनेशन का ऑप्शन दे सकते हैं, जब हमें पता लगेगा कि ये बच्चा ग्रस्त है। और इनडायरेक्टली ऑब्वियसली वो बच्चा मेल होगा, क्योंकि मैंने आपको बताया ये बीमारी जब अफेक्टेड है तो वो मेल ही होगा। तो उसमें हम प्रेगनेंसी टर्मिनेशन का ऑप्शन उनको दे सकते हैं और वो आगे मूव कर सकते हैं विद टर्मिनेशन ऑफ प्रेगनेंसी। और अगर वो अनअफेक्टेड है, जब आप रिपोर्ट कराएंगे तो अफेक्टेड या अनअफेक्टेड आएगा। अगर वो अनअफेक्टेड है, दैट मीन्स या तो नॉर्मल मेल है, या तो नॉर्मल फीमेल है, या फिर कैरियर फीमेल है। तीनों कंडीशंस में हमें आगे कुछ करने की ज़रूरत नहीं है। तो प्रेगनेंसी में क्या स्पेशल है कि अगर आपके घर में कोई हीमोफिलिक मेल है, कोई आदमी है जिसको हीमोफीलिया है, तो उसकी बहन की जब शादी हो रही है तो उनको एक जेनेटिक टेस्टिंग करानी चाहिए देखने के लिए कि क्या वो कैरियर हैं कि नहीं है। अगर वो कैरियर हैं, उनको तो कोई ख़तरा नहीं है उससे, लेकिन फिर उनको अपने बच्चे का पता करना है कि जब वो प्रेग्नेंट होती हैं कहीं वो बच्चा हीमोफिलिक तो नहीं है, क्योंकि उनका एक एक्स जो मैंने आपको दिखाया था, एक एक्स में हीमोफीलिया के जीन की प्रॉब्लम है, तो वो उसमें 25% चांस है कि वो उसका अगर बेटा हो वो भी हीमोफिलिक हो। उसके लिए हम CVS कर सकते हैं। और भी टेस्ट्स होते हैं जैसे एमनियोसेंटेसिस हो गया, वो थोड़ा लेटर होगा, जैसे 15 से 17-20 हफ्ते के बीच में होता है, जब पानी से सेल निकाल के करते हैं हम। और फिर फ्री DNA से कर सकते हैं, प्री जेस्टेशनल टेस्टिंग भी कर सकते हैं, पर सबसे अर्लीस्ट जो हम करते हैं वो CVS है। तो CVS से हमें ठीक रूप से पता चल जाएगा अफेक्टेड और नॉन अफेक्टेड। तो बहुत सिंपल है, अगर अफेक्टेड है आप उनको प्रोवाइड कर सकते हैं मेडिकल टर्मिनेशन ऑफ प्रेगनेंसी, और वो एक हीमोफिलिक बच्चा एक इस दुनिया में लाने से बचा सकते हैं हम। अगर वो रिपोर्ट अनअफेक्टेड आती है, उसके 3 पॉसिबिलिटीज़ मैंने आपको समझा दिया, या अनअफेक्टेड मेल है, या कैरियर फीमेल है, या नॉर्मल फीमेल है, उन तीनों में हमें आगे कुछ करने की ज़रूरत नहीं है। अब वो 3 कंडीशन जो बहुत रेयर हैं, जिनमें फ़ीमेल को भी हो सकता है, बहुत रेयर एक फ़ीमेल हो जो हीमोफिलिक हो। अब मैंने आपको यहाँ दिखाया, हीमोफिलिक फ़ीमेल होने के लिए हमें क्या चाहिए? हीमोफिलिक फ़ीमेल होने के लिए हमें दोनों एक्स की गड़बड़ चाहिए, इधर भी गड़बड़ है, इधर भी गड़बड़ है। वो कैसे होगा? मान लो इन्होंने शादी कर ली है आपस में, इसका हीमोफिलिक है, ये पति जो इसका हीमोफिलिक है, और पत्नी कैरियर है, इसका एक एक्स है, कैरियर है, मतलब इसको बीमारी पता नहीं चल रही है मगर ये कैरियर है, लेकिन इसको हीमोफीलिया है। तो इनका जो ये वाला बच्चा होगा, ये लड़की, ये और ये, इधर से ये वाला जीन आ गया ख़राब वाला, फादर से ये ख़राब वाला जीन आ गया, तो इस फीमेल को हीमोफीलिया होने के चांसेस हैं। ठीक है, तो एक ये कंडीशन आ गया कि अगर हमारी कैरियर फीमेल है और हीमोफिलिक मेल है, तो उनमें एक हीमोफिलिक फ़ीमेल हो सकती है जो मैनिफेस्ट करेगी डिजीज़, उसमें उनको हीमोफीलिया की जैसे ब्लीडिंग होगी जैसे मेल्स को होती है। दूसरी कंडीशन होती है हमारी जिसको हम टर्नर सिंड्रोम कहते हैं, जिसमें फ़ीमेल में एक ही एक्स होता है,
दूसरा एक्स होता ही नहीं है, एक ही एक्स होता है। और अगर यही एक्स हीमोफीलिया वाला है तो इसको भी हीमोफीलिया होगा। और तीसरा थोड़ा मुश्किल है समझाना आम जनता को, लायोनाइजेशन कहते हैं उसको ऑफ एक्स क्रोमोसोम। तो ये 3 कंडीशंस है जिसमें फीमेल भी हीमोफीलिया मैनिफेस्ट कर सकती है। लेकिन हमारा मेन एम एज अ गायनेकोलॉजिस्ट है कि अगर आपके घर में है कोई हीमोफिलिक मेल तो उनकी सिस्टर्स का आप म्यूटेशन एनालिसिस कराइए। अगर वो कैरियर हैं, उनको कोई खतरा नहीं है, घबराने वाली बात नहीं है। लेकिन जब वो आगे कंसीव करते हैं तो उनके बच्चे का आप CVS या कोई भी जेनेटिक टेस्टिंग, एमनियोसेंटेसिस करा सकते हैं, जिसमें अगर आपकी रिपोर्ट अफेक्टेड आती है तो आप टर्मिनेशन के लिए जा सकते हैं। डॉक्टर ये अपने हमारे मेडिकल कॉलेज में नॉर्मल OPD होती है जच्चा बच्चा की, उसमें ऐसे कितने के केस आए हैं कि जिसको थैलेसीमिया, होमोफीलिया जैसे ये बड़ी बीमारी? देखिए, थैलेसीमिया के लिए तो हम रूटीनली टेस्ट करते हैं, हीमोफीलिया के लिए रूटीनली नहीं करते हैं क्योंकि उसके लिए हमें फैमिली हिस्ट्री चाहिए। अगर घर में उनके भाई को है हीमोफीलिया तो हम ये टेस्ट आगे एडवाइस करेंगे, रूटीनली हम नहीं करते हैं। थैलेसीमिया के लिए हम रूटीन टेस्टिंग करते हैं आजकल, एंटीनेटिंग टेस्टिंग, जिसमें हम HPLC से करते हैं या ब्लड बैंक में हमारे अवेलेबल है। और उसमें हमें पता चलता है कि क्या जो फीमेल है उसको थैलेसीमिया ट्रेट है या मेजर है। अकॉर्डिंगली वो वैसे ही देखा जाता है, अगर हस्बैंड को भी ट्रेट है, वाइफ भी ट्रेट है या कोई मेजर है तो फिर हम अकॉर्डिंगली उनको एडवाइस करते हैं। 2 हमने हीमोफीलिया के बहुत कम एडवाइस किए हैं टेस्ट्स, उसके लिए फ़ीमेल थोड़ी सी मतलब जागरूक होनी चाहिए। अगर उसको पता है, बहुत फीमेल्स तो ऐसे होंगे जिनको पता है उनके भाई को है लेकिन वो खुद आकर हमें हिस्ट्री नहीं देते। तो अगर ये जागरूकता जाती है कि अगर फैमिली में किसी मेल को है तो उसके जो भी सिबलिंग्स हैं, जो फीमेल बहनें हैं, उनको इस टेस्टिंग के लिए आगे आना चाहिए। ਪਹਿਲਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰੇ ਸ਼ਰੋਤਾਵਾਂ ਨੂੰ। ਤੇ ਮੇਰਾ ਨਾਮ ਡਾਕਟਰ ਅੰਸ਼ੁਲ ਦਹੂਜਾ ਹੈ, MS ਆਰਥੋਪੈਡਿਸ਼ਨ, ਐਸੋਸੀਏਟ ਪ੍ਰੋਫੈਸਰ, ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪੀਟਲ। ਤੇ ਮੈਂ ਦੱਸਣਾ ਚਾਹੁੰਦਾ, ਜਿਵੇਂ ਆਪਾਂ ਹੀਮੋਫੀਲੀਆ ਦੀ ਗੱਲ ਸ਼ੁਰੂ ਕੀਤੀ ਹੈਗੀ ਹੈ, ਤੇ ਹੀਮੋਫੀਲੀਆ ਆਪਾਂ ਨੂੰ ਪਤਾ ਹੈਗਾ ਕਿ ਇਹਦੇ ਵਿੱਚ ਜਿਹੜਾ ਬਲੱਡ ਜਿਹੜਾ ਹੈਗਾ, ਅਗਰ ਇੱਕ ਵਾਰੀ ਰਿਸਣਾ ਸ਼ੁਰੂ ਹੋ ਜਾਏ ਤਾਂ ਰੁਕਦਾ ਨਹੀਂ ਹੈਗਾ। ਤੇ ਕਾਰਨ ਉਹਦੇ ਕਈ ਹੈਗੇ ਨੇ, ਪਰ ਜ਼ਿਆਦਾ ਇਹ ਜੈਨੇਟਿਕਸ ਦੇ ਵਿੱਚ ਹੀ ਹੈਗਾ ਕਿ ਜਿਹੜਾ ਸ਼ੁਰੂ ਤੋਂ ਹੀ ਇਹ ਦਿੱਕਤ ਹੁੰਦੀ ਹੈਗੀ ਬਲੱਡ ਦੇ ਵਿੱਚ। ਤੇ ਜ਼ਿਆਦਾਤਰ ਇਹ ਸਾਰੀ ਜਿਹੜੀ ਦਿੱਕਤਾਂ ਹੈਗੀਆਂ ਇਹ ਹੁੰਦੀਆਂ ਹੈਗੀਆਂ ਜਿਹੜਾ ਮੇਲ ਮੈਂਬਰ ਹੁੰਦਾ ਹੈਗਾ, ਜਿਹੜਾ ਫੀਮੇਲ 'ਚ ਨਹੀਂ ਹੁੰਦੀ ਹੈਗੀ ਇਹ ਦਿੱਕਤ। ਤੇ ਲਾਸਟ ਕੁਛ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਇਹ ਜਿਹੜਾ ਬਰਡਨ ਜਿਹੜਾ ਹੈਗਾ, ਜਿਹੜਾ ਇਹ ਵੱਧ ਰਹੀ ਹੈ ਸਮੱਸਿਆ, ਜਿਵੇਂ ਜਿਵੇਂ ਦੇਖੀ ਜਾ ਰਿਹਾ। ਤੇ ਉਸ ਹਿਸਾਬ ਨਾਲ ਪੇਸ਼ੈਂਟ ਵੀ ਵਧੀ ਜਾਂਦੇ ਹੈਗੇ ਨੇ। ਤੇ ਜੇ ਸਾਡੇ ਕੋਲ ਪੇਸ਼ੈਂਟ ਜ਼ਿਆਦਾ ਆਉਣਗੇ ਤਾਂ ਉਹਨਾਂ ਦੇ ਅੱਗੇ ਕੰਪਲੀਕੇਸ਼ਨਸ ਵੀ ਜਿਹੜੀਆਂ ਹੈਗੀਆਂ, ਜਿਹੜੀ ਸਮੱਸਿਆਵਾਂ ਹੈਗੀਆਂ ਉਹ ਵੀ ਇੰਕਰੀਜ਼ ਹੋ ਰਹੀਆਂ ਹੈਗੀਆਂ। ਤੇ ਇਸ ਚੀਜ਼ ਨੂੰ ਹੁਣ ਆਪਾਂ ਜੇ ਆਪਾਂ ਚਾਹੁੰਦੇ ਹੈਗਾ ਕਿ ਇਹਨੂੰ ਆਪਾਂ ਰੋਕ ਲਈਏ ਜਾਂ ਇਹਨੂੰ ਆਪਾਂ ਕੰਟਰੋਲ ਕਰ ਲਈਏ ਤਾਂ ਇਹਦੇ ਆਪਾਂ ਨੂੰ ਦੇਖਣਾ ਪਏਗਾ ਕਿ ਪਹਿਲਾਂ ਇਹ ਸਮੱਸਿਆਵਾਂ ਹੈਗੀਆਂ ਕਿਹੜੀਆਂ ਹੈਗੀਆਂ ਜਿਨ੍ਹਾਂ 'ਤੇ ਆਪਾਂ ਫੋਕਸ ਕਰਨਾ ਹੈਗਾ, ਜਿਨ੍ਹਾਂ 'ਤੇ ਆਪਾਂ ਅੱਗੇ ਜ਼ਿਆਦਾ ਧਿਆਨ ਦੇਣਾ ਹੈਗਾ। ਮੈਂ ਹਰ ਮਹੀਨੇ ਦੇਖਦਾ ਘੱਟ ਤੋਂ ਘੱਟ 10 ਤੋਂ 15 ਪੇਸ਼ੈਂਟ ਹੀਮੋਫੀਲੀਆ ਦੇ ਸਾਡੇ ਕੋਲ ਆਉਂਦੇ ਹੈਗੇ ਨੇ, ਜਿਹੜੇ ਕਿ ਚੈੱਕਅਪ ਕਰਾਉਂਦੇ ਨੇ ਆਪਣੇ ਗੋਡੇ, ਗਿੱਟੇ, ਐਲਬੋ, ਕੂਨੀਆਂ, ਜਿੱਥੇ ਵੀ ਉਹਨਾਂ ਨੂੰ ਦਿੱਕਤ ਹੈਗੀ ਹੈ ਉਹ ਆਪਣਾ ਦਿਖਾਉਂਦੇ ਹੈਗੇ ਨੇ। ਤੇ ਜਦੋਂ ਵੀ ਆਪਣੇ ਕੋਲ ਆਉਂਦੇ ਹੈਗੇ ਨੇ ਇੱਥੇ ਤਾਂ ਉਹਨਾਂ ਦੀ ਆਪਣੀ ਜਿਹੜੀ ਕੰਪਲੇਂਟਸ, ਜਿਹੜੀ ਉਹਨਾਂ ਦੀ ਪ੍ਰੋਬਲਮਸ ਹੁੰਦੀਆਂ ਹੈਗੀਆਂ ਉਹ ਮੈਨੂੰ ਦੱਸਦੇ ਨੇ। ਤੇ ਹਰ ਕਿਸੇ ਦੀ ਅਲੱਗ-ਅਲੱਗ ਦਿੱਕਤ ਹੁੰਦੀ ਹੈਗੀ ਹੈ। ਜਿਵੇਂ ਮੋਸਟ ਲਾਈਕ ਜੇ ਸਭ ਤੋਂ ਜ਼ਿਆਦਾ ਮੈਂ ਦੇਖਦਾ ਹੈਗਾ ਉਹ ਹੈਗਾ ਵੀ ਗੋਡਿਆਂ ਦੇ ਵਿੱਚ ਦਿੱਕਤ, ਗੋਡਿਆਂ ਦੇ ਵਿੱਚ ਪੇਨ ਜਿਹੜੀ ਹੁੰਦੀ ਜ਼ਿਆਦਾ ਹੁੰਦੀ ਹੈ। ਜਿਹੜਾ ਗੋਡਾ ਆਪਾਂ ਨੋਰਮਲੀ ਕਹਿੰਦੇ ਹਾਂ ਕਿ 60 ਸਾਲ ਦੇ ਵਿੱਚ ਘਸਦਾ ਹੈਗਾ, ਇਹਨਾਂ ਦੇ ਵਿੱਚ 25 ਸਾਲ ਜਾਂ 30 ਸਾਲ ਦੇ ਵਿੱਚ ਹੀ ਘਸ ਜਾਂਦਾ ਹੈਗਾ। ਤੇ ਜੋ ਕਿ ਬੜਾ ਔਖਾ ਟਾਈਮ ਹੁੰਦਾ ਇਹਨਾਂ ਵਾਸਤੇ, ਕਿਉਂਕਿ ਇਹਨਾਂ ਦੀ ਉਮਰ ਤਾਂ 30 ਸਾਲ ਹੀ ਹੈ ਸਿਰਫ, ਪਰ ਇਹਨਾਂ ਦੀ ਜਿਹੜੀ ਦਿੱਕਤ ਹੈਗੀ ਹੈ ਮਤਲਬ ਉਹ ਹੁਣ 60 ਸਾਲ ਵਾਲੇ ਜਿਵੇਂ ਇੱਕ ਬਜ਼ੁਰਗ ਪੇਸ਼ੈਂਟ ਹੁੰਦਾ ਉਹਦੇ ਵਰਗੀ ਦਿੱਕਤ ਹੈ। ਜਿਹੜੀ ਇਹਨਾਂ ਦੀ ਆਪਣੀ ਐਕਟਿਵ ਲਾਈਫ ਹੈ ਉਹ ਆਪਣੀ ਉਸ ਵੇਲੇ ਮਤਲਬ ਉਹਨਾਂ ਨੂੰ ਚੱਲਣਾ ਫਿਰਨਾ ਔਖਾ ਹੋ ਜਾਂਦਾ 25 ਜਾਂ 30 ਸਾਲ ਦੀ ਉਮਰ ਦੇ ਵਿੱਚ। ਤੇ ਉਹ ਸਾਰਾ ਅਸੀਂ ਜਿਹੜਾ ਵੀ ਇੱਕ ਆ ਗੋਡੇ ਦਾ ਜਿਵੇਂ ਹੋ ਗਿਆ, ਉਸੇ ਤਰ੍ਹਾਂ ਹੀ ਗਿੱਟੇ 'ਚ ਵੀ ਅਗਰ ਦਿੱਕਤ ਆ ਜਾਏ ਜਾਂ ਉੱਥੇ ਬਲੱਡ ਦਾ ਰਿਸਾਵ ਹੋ ਜਾਏ, ਖੂਨ ਨਿਕਲਣਾ ਸ਼ੁਰੂ ਹੋ ਜਾਏ ਤੇ ਗਿੱਟੇ 'ਤੇ ਸੋਜ ਆ ਜਾਂਦੀ ਅਤੇ ਗਿੱਟੇ ਵਾਲਾ ਜੋੜ ਵੀ ਖਰਾਬ ਹੋ ਗਿਆ। ਇੱਦਾਂ ਹੀ ਕੂਨੀ ਦਾ, ਇੱਦਾਂ ਹੀ ਮੋਢੇ ਦਾ ਹੁੰਦਾ। ਇਹ ਦਿੱਕਤਾਂ ਜਿਵੇਂ ਆਉਂਦੀਆਂ ਪੇਸ਼ੈਂਟ ਕੋਲ ਤਾਂ ਇਹ ਸਾਡੇ ਕੋਲ ਹੱਡੀਆਂ ਵਾਲੇ ਡਿਪਾਰਟਮੈਂਟ 'ਚ ਆਉਂਦੇ ਹੈਗੇ ਨੇ ਫਰਦਰ ਜਿਹੜਾ ਅੱਗੇ ਆਪਣਾ ਇਲਾਜ ਕਰਾਉਣ ਵਾਸਤੇ। ਹੁਣ ਜਿਵੇਂ ਸਾਨੂੰ ਪਤਾ ਹੈ ਕਿ ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ ਵੀ ਫੈਕਟਰ ਅਵੇਲੇਬਿਲਿਟੀ ਦੇ ਇਸ਼ੂ ਹੁੰਦੇ ਸੀਗੇ, ਫੈਕਟਰ ਨਹੀਂ ਮਿਲਦੇ ਹੁੰਦਾ ਸੀਗਾ, ਬਲੱਡ ਦੀ ਜਿਹੜੀ ਕਲੌਟਿੰਗ ਟੈਂਡੈਂਸੀ ਹੈਗੀ ਹੈ ਉਹ ਨਹੀਂ ਸਹੀ ਹੁੰਦੀ ਸੀਗੀ ਅਤੇ ਇਹ ਦਿੱਕਤਾਂ ਜ਼ਿਆਦਾ ਹੁੰਦੀਆਂ ਸੀ ਕਿਉਂਕਿ ਬਲੱਡ ਦਾ ਰਿਸਾਵ ਜ਼ਿਆਦਾ ਹੁੰਦਾ ਸੀ ਜੋੜਾਂ ਦੇ ਵਿੱਚ, ਜੋੜ ਜਲਦੀ ਖਰਾਬ ਹੁੰਦੇ ਸੀ। ਤਾਂ ਸਾਨੂੰ ਇਹ ਪਤਾ ਹੈਗਾ ਕਿ ਅਸੀਂ ਘੱਟੋ ਘੱਟ ਇਹ ਦਿੱਕਤ ਕਿਵੇਂ ਰੋਕਣੀ ਹੈਗੀ ਹੈ ਕਿ ਜਿਹੜਾ ਬਲੱਡ ਦਾ ਰਿਸਾਵ ਹੈ ਉਹ ਘੱਟੋ ਘੱਟ 6 ਮਹੀਨੇ ਸਾਲ 'ਚ ਇੱਕ ਅੱਧੀ ਵਾਰੀ ਹੋਏ, ਜ਼ਿਆਦਾ ਨਾ ਹੋਏ ਜਾਂ ਉਸ ਤੋਂ ਵੀ ਘੱਟ ਹੋਏ। ਇਹਦੇ ਵਾਸਤੇ ਸਾਨੂੰ ਹੁੰਦਾ ਵੀ ਫੈਕਟਰ ਦੀ ਅਵੇਲੇਬਿਲਿਟੀ ਬਣੀ ਰਹੇ ਅਤੇ ਪੂਰਾ ਮਤਲਬ ਇਹ ਕੋਸ਼ਿਸ਼ ਕੀਤੀ ਗਈ ਹੈਗੀ ਕਿ ਫੈਕਟਰ ਦੀ ਅਵੇਲੇਬਿਲਿਟੀ ਹੈਗੀ ਹੈ ਆਪਣੇ ਕੋਲ, ਤਾਂ ਕਿ
ਇਹ ਜਿਹੜਾ ਵਾਰੀ ਜਿਹੜਾ ਬਲੱਡ ਲਾਸ ਹੁੰਦਾ ਹੈ ਜਾਂ ਇਹ ਅੰਦਰ ਜੋੜਾਂ ਵਿੱਚ ਦਿੱਕਤ ਆਉਂਦੀ ਹੈ, ਇਹ ਨਾ ਆਏ। ਪਰ ਉਸ ਤੋਂ ਬਾਵਜੂਦ ਵੀ ਕਈ ਵਾਰੀ ਇਹ ਹੁੰਦਾ ਵੀ ਜੋੜ ਖਰਾਬ ਹੋ ਜਾਂਦੇ ਹੈਗੇ ਨੇ, ਤਾਂ ਉਹਦੇ ਵਾਸਤੇ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹੈਗੇ ਆ ਉਹ ਹੈਗਾ ਹੈ ਕਿ ਅਸੀਂ ਨਾ ਤਾਂ ਕਹਿੰਦੇ ਗਿੱਟੇ ਦੇ ਵਿੱਚ ਆ ਗਿਆ ਜਾਂ ਗੋਡੇ ਵਿੱਚ ਵੀ ਆ ਗਈ ਦਿੱਕਤ, ਅਸੀਂ ਉਹਨੂੰ ਰਿਪਲੇਸ ਕਰ ਦਿੰਦੇ ਹੈਗੇ ਆ। ਉਹਨਾਂ ਨੂੰ ਰਿਪਲੇਸ ਕਰ ਦਿੱਤਾ ਤਾਂ ਕਿ ਉਹਦੇ ਵਿੱਚ ਆਪਾਂ ਨੂੰ ਹੁੰਦਾ ਹੈ ਕਿ ਨੀ ਚੇਂਜ ਕਰਤਾ ਹੈਗਾ ਜਾਂ ਉਹਦੇ ਵਿੱਚ ਆਪਾਂ ਗਿੱਟਾ ਚੇਂਜ ਕਰਤਾ ਹੈਗਾ ਜਾਂ ਐਲਬੋ ਵਿੱਚ ਚੇਂਜ ਕਰਤਾ, ਤਾਂ ਕਿ ਮਤਲਬ ਸਾਇੰਸ ਐਡੀ ਕੋ ਐਡਵਾਂਸ ਹੋ ਗਈ ਕਿ ਆਪਾਂ ਇਹ ਚੀਜ਼ਾਂ ਹੁਣ ਕਰ ਸਕਦੇ ਹੈਗੇ। ਦੂਸਰੀ ਗੱਲ ਹੈਗੀ ਹੈ ਵੀ ਹੁਣ ਪੇਸ਼ੈਂਟ ਨੂੰ ਆਪਾਂ ਇਹ ਵੀ ਦੱਸਣਾ ਹੈਗਾ ਕਿ ਚਲੋ ਇਲਾਜ ਤਾਂ ਕਰਤਾ, ਪਰ ਅੱਗੇ ਧਿਆਨ ਕੀ ਰੱਖਣਾ ਹੈਗਾ, ਪ੍ਰੀਕਾਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਪ੍ਰੀਕਾਸ਼ਨ ਇਜ਼ ਆਲਵੇਜ਼ ਬੈਟਰ ਦੈਨ ਕਿਉਰ। ਤਾਂ ਕਿ ਇਹ ਜਿਹੜੀਆਂ ਸੱਟ ਫੇਟ ਖਾਂਦੇ ਨੇ ਜਾਂ ਡਿੱਗਦੇ ਹੈਗੇ ਨੇ, ਮਤਲਬ ਜੇ ਕੁਝ ਸਪੋਰਟਸ 'ਚ ਵੀ ਐਕਟੀਵਿਟੀ ਕਰਨੀ ਹੈ ਤਾਂ ਉਹ ਨੋਨ ਕੰਟੈਕਟ ਸਪੋਰਟਸ ਹੋਏ, ਕਿ ਟੀਮ ਵਾਲੀ ਸਪੋਰਟਸ ਨਾ ਹੋਏ, ਰਾਦਰ ਉਹ ਇੰਡੀਵਿਜੂਅਲ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰਨ ਜਿੱਥੇ ਸੱਟ ਵੱਜਣ ਦਾ ਚਾਂਸ ਘੱਟ ਜਾਏ। ਫਿਰ ਦੂਸਰੇ ਨੰਬਰ 'ਤੇ ਹੁੰਦਾ ਕਿ ਅੱਗੇ ਫਰਦਰ ਜਦੋਂ ਵੀ ਕਦੇ ਕੋਈ ਇਹੋ ਜਿਹੀ ਦਿੱਕਤ ਆਉਂਦੀ ਹੈ ਜਾਂ ਸੋਜ ਆ ਗਈ ਗੋਡੇ ਵਿੱਚ ਜਾਂ ਕੁਝ ਵੀ ਹੋਇਆ, ਤਾਂ ਉਹਦੇ 'ਚ ਕਰਨਾ ਕੀ ਹੈ। ਤਾਂ ਸਭ ਤੋਂ ਪਹਿਲਾਂ ਬਰਫ਼ ਲਗਾਉਣੀ, ਜਿਹਨੂੰ ਆਪਾਂ ਕਹਿੰਦੇ ਰੈਸਟ ਆਈਸ, ਬਰਫ਼ ਲਗਾਉਣੀ ਹੈ, ਰੈਸਟ ਕਰਨਾ ਹੈਗਾ, ਦੈਨ ਉਹਨੂੰ ਕੰਪਰੈਸ਼ਨ ਦੇ ਦੇਣਾ ਅਤੇ ਥੋੜ੍ਹਾ ਉਹਨੂੰ ਐਲੀਵੇਸ਼ਨ ਚੱਕ ਦੇਣਾ, ਥੋੜ੍ਹਾ ਉੱਪਰ ਚੱਕ ਦੇਣਾ ਤਾਂ ਕਿ ਸੋਜ ਨਾ ਆਏ ਵਿੱਚ ਗੋਡੇ ਵਿੱਚ। ਆਪਾਂ ਨੂੰ ਇਹ ਵੀ ਪਤਾ ਹੋ ਗਿਆ ਕਿ ਉਹਦੇ ਉੱਤੇ ਕੋਈ ਆਪਾਂ ਸਪਰੇਅ ਨਹੀਂ ਲਾਉਣਾ, ਕੋਈ ਜੈਲ ਨਹੀਂ ਲਗਾਉਣੀ, ਪੇਨ ਕਿਲਰ ਵੀ ਘੱਟੋ ਘੱਟ ਲੈਣੇ ਹੈਗੇ ਤਾਂ ਕਿ ਆਪਣੀ ਇਹ ਦਿੱਕਤ ਅੱਗੇ ਨਾ ਵਧੇ। ਤਾਂ ਇਹ ਸਾਰੇ ਮੈਸੇਜ ਅਸੀਂ ਦਿੰਦੇ ਹਾਂ ਪੇਸ਼ੈਂਟ ਨੂੰ, ਤਾਂ ਕਿ ਜਦੋਂ ਉਹਦੀ ਅਗਲੀ ਦਿੱਕਤ ਜਿਹੜੀ ਨੈਕਸਟ ਟਾਈਮ ਉਹਦਾ ਐਪੀਸੋਡ ਜਿਹੜਾ ਆਏ, ਜੇ ਆਏ ਵੀ ਤਾਂ ਇਹੋ ਜਿਹਾ ਕੋਈ, ਤਾਂ ਉਹ ਲੇਟ ਤੋਂ ਲੇਟ ਆਏ ਤਾਂ ਕਿ ਉਹਦਾ ਜੋੜ ਜਲਦੀ ਖਰਾਬ ਨਾ ਹੋਏ। ਹੁਣ ਇਹ ਚੀਜ਼ਾਂ ਅਸੀਂ ਦੇਖ ਰਿਹਾ, ਤਾਂ ਮੇਰਾ ਫਿਊਚਰ ਮੈਸੇਜ ਵੀ ਇਹੀ ਹੈ ਹਰ ਪੇਸ਼ੈਂਟ ਨੂੰ, ਅਤੇ ਹਰ ਹੈਮੋਫੀਲੀਆ ਪੇਸ਼ੈਂਟ ਨੂੰ ਇਹੀ ਹੈਗਾ ਕਿ ਆਪਾਂ 3 ਚੀਜ਼ਾਂ ਦਾ ਧਿਆਨ ਰੱਖਣਾ ਹੈਗਾ। ਇੱਕ ਤਾਂ ਜਦੋਂ ਵੀ ਥੋੜ੍ਹੀ ਬਹੁਤ ਦਿੱਕਤ ਆਈ ਹੈ, ਆਪਾਂ ਨਾਲ ਦੀ ਨਾਲ ਹਸਪੀਟਲ ਪਹੁੰਚਣਾ ਹੈਗਾ ਤਾਂ ਕਿ ਆਪਾਂ ਫੈਕਟਰ ਦੀ ਅਵੇਲੇਬਿਲਿਟੀ ਕਰਾ ਲਈਏ, ਆਪਾਂ ਨੂੰ ਮਿਲ ਜਾਂਦਾ ਨਾਲ ਦੀ ਨਾਲ ਫੈਕਟਰ ਮਿਲੇ ਤਾਂ ਕਿ ਆਪਣਾ ਜਿਹੜੀ ਅੱਗੇ ਦਿੱਕਤ ਵਧੇ ਨਾ। ਦੂਸਰੇ ਨੰਬਰ 'ਤੇ ਅਗਰ ਦਿੱਕਤ ਆ ਵੀ ਜਾਂਦੀ ਹੈਗੀ ਤਾਂ ਆਪਾਂ ਨਾਲ ਦੀ ਨਾਲ ਆਪਾਂ ਆਰਥੋਪੈਡਿਕਸ ਡਿਪਾਰਟਮੈਂਟ ਆਈਏ ਤਾਂ ਕਿ ਉੱਥੇ ਆਪਣਾ ਇਲਾਜ ਅੱਗੇ ਕਰਾਈਏ ਜਲਦੀ ਤੋਂ ਜਲਦੀ, ਤਾਂ ਕਿ ਉਹ ਦਿੱਕਤ ਜਿਹੜਾ ਬਲੱਡ ਲਾਸ ਅੰਦਰ ਹੋ ਰਿਹਾ ਜੁਆਇੰਟ ਦੇ ਵਿੱਚ, ਉਹਨੂੰ ਆਪਾਂ ਜਲਦੀ ਤੋਂ ਜਲਦੀ ਰੋਕ ਲਈਏ। ਤੀਸਰੇ ਨੰਬਰ 'ਤੇ ਜਦੋਂ ਵੀ ਕਿਤੇ ਪੇਨ ਹੁੰਦੀ ਹੈ ਤਾਂ ਆਪਾਂ ਆਪਣਾ ਜੋੜ ਜਾਮ ਕਰ ਲੈਂਦੇ ਹਾਂ, ਤਾਂ ਆਪਾਂ ਉਹ ਵੀ ਨਹੀਂ ਕਰਨਾ ਹੈਗਾ। ਤਾਂ ਆਪਾਂ ਨੂੰ ਹੁੰਦਾ ਵੀ ਇੱਕ ਵਾਰੀ ਜਦੋਂ ਮਾੜਾ ਮੋਟਾ ਪੇਨ ਘਟ ਗਿਆ ਆਪਣਾ, ਉਸ ਤੋਂ ਬਾਅਦ ਆਪਾਂ ਫਿਜ਼ੀਓਥੈਰੇਪੀ ਜਾ ਕੇ ਦੁਬਾਰਾ ਤੋਂ ਜੋੜ ਨੂੰ ਐਕਟਿਵ ਕਰ ਲਈਏ, ਉਹਨੂੰ ਤੇਜ਼ ਕਰ ਲਈਏ ਦੁਬਾਰਾ ਤੋਂ। ਸੋ ਇਹ 3 ਗੱਲਾਂ ਨਾਲ ਮੈਂ ਆਪਣਾ ਮੈਸੇਜ ਕੰਪਲੀਟ ਕਰਦਾ ਹੈਗਾ। ਥੈਂਕ ਯੂ। ਡਾਕਟਰ ਸਾਹਿਬ, ਆਪਣੇ ਕੁਝ ਪੇਸ਼ੈਂਟ ਇਹੋ ਜਿਹੇ ਵੀ ਹੈਗੇ ਆ ਜੀ ਜਿਨ੍ਹਾਂ ਨੂੰ ਕਿਸੇ ਨੂੰ ਸੱਟ ਲੱਗ ਜਾਂਦੀ ਜਾਂ ਕੁਝ ਵੀ ਹੈਗਾ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਜੀ ਵੀ ਉਹਨਾਂ ਨੂੰ ਬਿਮਾਰੀ ਕਿਸੇ ਨਾਲ ਪੀੜਤ ਹੈ ਜਾਂ ਨਹੀਂ ਹੈ, ਕੋਈ ਇਹੋ ਜਿਹੇ ਪੇਸ਼ੈਂਟ ਆਪਣੇ ਕੋਲ ਆਉਂਦੇ ਆ ਜੀ? ਬਿਲਕੁਲ ਸਹੀ ਗੱਲ ਹੈ। ਕਈ ਵਾਰੀ ਪਹਿਲੀ ਵਾਰੀ ਪਤਾ ਲੱਗਦਾ ਹੈਗਾ ਕਿ ਮਤਲਬ ਇਹ ਹੀਮੋਫੀਲੀਆ, ਇਹਨਾਂ ਨੂੰ ਹੀਮੋਫੀਲੀਆ ਵੀ ਹੈਗਾ ਪੇਸ਼ੈਂਟ ਨੂੰ, ਕਿਉਂਕਿ ਉਹਦਾ ਬਲੱਡ ਲਾਸ ਜਿਹੜਾ ਹੋ ਰਿਹਾ ਉਹ ਰੁਕ ਹੀ ਨਹੀਂ ਰਿਹਾ ਹੁੰਦਾ ਉਸ ਵੇਲੇ। ਤਾਂ ਇਹ ਕਈ ਵਾਰੀ ਇਹ ਹੋ ਜਾਂਦਾ ਹੈ ਕਿ ਪਤਾ ਹੀ ਉਦੋਂ, ਪਹਿਲੀ ਵਾਰੀ ਪਤਾ ਹੀ ਉਦੋਂ ਲੱਗਦਾ ਹੈ ਵੀ ਇਹਨਾਂ ਦਾ ਹੀਮੋਫੀਲੀਆ ਹੈਗਾ। ਤਾਂ ਉਸ ਵੇਲੇ ਆਪਾਂ ਨੂੰ ਹੁੰਦਾ ਕਿ ਨਾਲ ਦੀ ਨਾਲ ਆਪਾਂ ਉਹਨਾਂ ਦੇ ਫੈਕਟਰ ਅਵੇਲੇਬਿਲਿਟੀ ਕਰਾਈਏ ਤਾਂ ਕਿ ਉਹਨਾਂ ਦਾ ਬਲੱਡ ਲਾਸ ਰੋਕੀਏ। ਫਿਰ ਆਪਾਂ ਅਵੇਅਰ ਕਰਦੇ ਹਾਂ ਉਹਨਾਂ ਨੂੰ ਕਿ ਹਾਂਜੀ ਇਹ ਤੁਹਾਨੂੰ ਇਹ ਦਿੱਕਤ ਹੈਗੀ ਹੈ। ਫਿਰ ਆਪਾਂ ਉਹਨਾਂ ਦੀ ਫੈਮਿਲੀ ਨੂੰ ਵੀ ਸਕਰੀਨ ਕਰਦੇ ਹਾਂ ਵੀ ਕਿਸੇ ਹੋਰ ਨੂੰ ਨਾ ਇਹ ਦਿੱਕਤ ਹੋਏ, ਤਾਂ ਕਿ ਉਹਨਾਂ ਨੂੰ ਫਿਰ ਉਹਨਾਂ ਸਾਰੇ ਆਪਾਂ ਪ੍ਰੀਕਾਸ਼ਨਸ ਪੂਰਾ ਦਾ ਪੂਰਾ ਇੱਕ ਪੈਂਫਲੇਟ ਦਿੰਦੇ ਹਾਂ ਉਹਨਾਂ ਨੂੰ ਕਿ ਆਹ ਵਾਲੀ ਚੀਜ਼ਾਂ ਸਾਰੀਆਂ ਤੁਸੀਂ ਤੇ ਅੱਗੇ ਵੀ ਧਿਆਨ ਰੱਖਣੀਆਂ ਹੈਗੀਆਂ। ਫਰਦਰ ਅੱਗੇ ਫੈਮਿਲੀ ਅੱਗੇ ਤੁਸੀਂ ਅੱਗੇ ਫਰਦਰ ਪਲਾਨ ਵੀ ਕਰਨੀ, ਤਾਂ ਉਹਦੇ ਵਿੱਚ ਵੀ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਣਾ ਹੈ। ਇਹ ਚੀਜ਼ਾਂ ਅਸੀਂ ਉਹਨਾਂ ਨੂੰ ਮੈਂਸ਼ਨ ਕਰਦੇ ਹੈਗੇ। ਡਾਕਟਰ ਆਪਣੇ ਕੋਲ ਜਿਹੜੇ ਪੇਸ਼ੈਂਟ ਆ ਰਹੇ ਆ ਕਿਸ ਏਜ ਦੇ ਵਿੱਚ ਆ ਰਹੇ ਆ ਜੀ? ਨੋਰਮਲੀ ਜਿਹੜੇ ਪੇਸ਼ੈਂਟ ਹੈਗੇ ਨੇ ਸ਼ੁਰੂ ਮਤਲਬ ਕਦੀ ਕੰਜੈਨੀਟਲ ਡਿਜ਼ੀਜ਼ ਹੈਗਾ ਅਤੇ ਸ਼ੁਰੂ ਤੋਂ ਹੀ ਆ ਜਾਂਦੇ ਨੇ, ਮਤਲਬ ਜਿਹਨੂੰ ਆਪਾਂ ਕਹਿੰਦੇ ਹਾਂ 1 ਸਾਲ ਤੋਂ ਲੈ ਕੇ ਆਪਾਂ 30-40 ਸਾਲ ਤੱਕ। ਪਰ ਜਿਵੇਂ ਸਾਡੇ ਕੋਲ ਆਰਥੋਪੈਡਿਸ਼ਨ, ਜਿਵੇਂ ਮੇਰਾ ਡਿਪਾਰਟਮੈਂਟ ਹੈਗਾ, ਤਾਂ ਮੇਰੇ ਕੋਲ ਇਹ ਪੇਸ਼ੈਂਟ ਉਦੋਂ ਆ ਕੇ ਜਦੋਂ ਉਹਨਾਂ ਨੂੰ ਕੋਈ ਨਾ ਕੋਈ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਤਾਂ ਮੇਰੇ ਕੋਲ ਇਹ ਪੇਸ਼ੈਂਟ ਨੋਰਮਲੀ ਆਉਂਦੇ 20 ਤੋਂ 30 ਸਾਲ ਦੇ ਵਿੱਚ, ਜਦੋਂ ਇਹਨਾਂ ਦੇ ਕੋਈ ਨਾ ਕੋਈ ਜੋੜ ਖਰਾਬ ਹੋਣਾ ਸ਼ੁਰੂ ਹੋ ਗਿਆ ਜਾਂ ਦਿੱਕਤ ਆਉਣੀ ਸ਼ੁਰੂ ਹੋ ਗਈ। ਤਾਂ ਉਦੋਂ ਹੀ ਮੇਰਾ ਇਹਨਾਂ ਨੂੰ ਮੈਸੇਜ ਇਹੀ ਹੁੰਦਾ ਹੈ, ਜਾਂ ਇਹਨਾਂ ਦੇ ਪੇਰੈਂਟਸ ਨੂੰ ਵੀ ਇਹ ਮੈਸੇਜ ਹੁੰਦਾ ਹੈ ਕਿ ਥੋੜ੍ਹਾ ਜਿਹਾ ਜਦੋਂ ਵੀ ਪਹਿਲਾਂ ਜਦੋਂ ਵੀ ਕੋਈ ਸੋਜ ਦਾ ਐਪੀਸੋਡ ਆਉਂਦਾ ਹੈਗਾ ਤਾਂ ਉਸ ਵੇਲੇ ਸਾਡੇ ਕੋਲ ਆਓ, ਤਾਂ ਕਿ ਇਹ ਆਪਾਂ ਨੂੰ ਇੰਨੀ ਲੇਟ ਨਾ ਹੋਈਏ ਕਿ ਆਪਣਾ ਜੋੜ ਹੀ ਖਰਾਬ ਹੋ ਜਾਏ। मॉर्निंग एवरीवन। तो मैं डॉक्टर अमन भारती, असिस्टेंट प्रोफेसर मेडिकल कॉलेज गुरु गोबिंद सिंह मेडिकल कॉलेज एंड हॉस्पिटल। प्रेजेंटली मैं हीमोफीलिया एंड थैलेसीमिया के एडल्ट पेशेंट्स देख रही हाँ इन कोलैबोरेशन विद पीडियाट्रिक्स टीम अंडर द गाइडेंस ऑफ डॉक्टर वरुण कौल। सो एक हीमोफीलिया की चीज़ है। हीमोफीलिया एक ऐसी बीमारी है जो कि रेयर डिसऑर्डर है। रेयर मीन्स दैट बहुत कॉमनली नहीं है, इट इज़ वेरी रेयर एंड इट इज़ जेनेटिक डिसऑर्डर एंड इट इज़ विद एक्स लिंक्ड। हीमोफीलिया विच की हुंदा है, अक्सर ब्लड क्लॉट नहीं हुंदे। फॉर एग्जाम्पल किसी नूं चोट लगती है, आपां नूं सब नूं लगती है, कुछ टाइम बाद अपना ब्लड क्लॉट हो जाता है। ਜਿਹੜੇ ਹੀਮੋਫੀਲੀਆ ਦੇ ਪੇਸ਼ੈਂਟਸ ਹੁੰਦੇ ਹਨ, ਇਹਨਾਂ ਦੇ ਵਿੱਚ ਬਲੱਡ ਕਲॉटिंग ਫੈਕਟਰਸ ਨਹੀਂ ਹੁੰਦੇ ਜਾਂ ਉਹਨਾਂ ਦੀ ਘਾਟ ਹੁੰਦੀ ਹੈ, ਘੱਟ ਹੁੰਦੇ ਹਨ, ਜਿਸ ਕਰਕੇ ਉਹਨਾਂ ਦਾ ਬਲੱਡ ਕਲॉट ਨਹੀਂ ਹੁੰਦਾ। ਤਾਂ ਕੀ ਹੁੰਦਾ ਹੈ ਕਿ ਇਹਨਾਂ ਦੀ ਜਿਹੜੀ ਬਲੀਡਿੰਗ ਹੈ ਉਹ ਕਾਫੀ ਲੰਬੇ ਸਮੇਂ ਤੱਕ ਚੱਲਦੀ ਰਹਿੰਦੀ ਹੈ। ਨੋਰਮਲ ਅਕਸਰ ਜੇ ਆਪਾਂ ਕੰਪੇਅਰ ਕਰੀਏ, ਨੋਰਮਲ ਬੰਦੇ ਦੀ ਬਲੀਡਿੰਗ ਕੁਝ ਸੈਕਿੰਡਸ ਬਾਅਦ ਰੁਕ ਜਾਂਦੀ ਹੈ ਜਾਂ ਪ੍ਰੈਸ਼ਰ ਪਾਉਣ 'ਤੇ ਰੁਕ ਜਾਂਦੀ ਹੈ,
ਪਰ ਹੀਮੋਫੀਲੀਆ ਦੇ ਪੇਸ਼ੈਂਟਸ ਦੀ ਬਲੀਡਿੰਗ ਨਹੀਂ ਰੁਕਦੀ, ਕਿਉਂਕਿ ਉਹਨਾਂ ਦੇ ਵਿੱਚ ਬਲੱਡ ਫੈਕਟਰਸ ਦੀ ਘਾਟ ਹੁੰਦੀ ਹੈ, ਉਹਨਾਂ ਦੀ ਕਲੌਟਿੰਗ 'ਚ ਡਿਫਾਰਮਿਟੀ ਜਾਂ ਡਿਸੇਬਿਲਿਟੀ ਹੁੰਦੀ ਹੈ। ਹੀਮੋਫੀਲੀਆ ਦੀ ਬਿਮਾਰੀ ਅਕਸਰ ਆਪਾਂ ਨੂੰ ਨਵਜਾਤ ਸ਼ਿਸ਼ੂ 'ਚ ਪਤਾ ਲੱਗ ਜਾਂਦੀ ਹੈ, ਜਿਹੜੇ ਕਿ 1 ਸਾਲ ਤੋਂ 2 ਸਾਲ ਦੇ ਵਿੱਚ ਹੁੰਦੇ ਹਨ। ਉਹਨਾਂ ਦੇ ਵਿੱਚ ਕਿਸ ਟਾਈਪ ਦੀ ਬਲੀਡਿੰਗ ਹੁੰਦੀ ਹੈ ਕਿ ਬੱਚੇ ਦੇ ਵਿੱਚ ਇੰਟਰਨਲ ਬਲੀਡਿੰਗ ਵੀ ਹੋ ਸਕਦੀ ਹੈ, ਐਕਸਟਰਨਲ ਬਲੀਡਿੰਗ ਹੁੰਦੀ ਹੈ। ਇੰਟਰਨਲ ਬਲੀਡਿੰਗ ਕੀ ਹੁੰਦਾ ਹੈ ਕਿ ਬਾਡੀ ਦੇ ਅੰਦਰ ਬਲੀਡਿੰਗ ਹੋ ਜਾਣੀ, ਜਿਸ ਤਰ੍ਹਾਂ ਕਿ ਜੁਆਇੰਟਸ, ਐਲਬੋ ਜੁਆਇੰਟਸ, ਰਿਸਟ ਜੁਆਇੰਟ, ਐਲਬੋ ਜੁਆਇੰਟਸ, ਨੀ ਜੁਆਇੰਟਸ, ਗੋਡਿਆਂ 'ਤੇ ਬਲੀਡਿੰਗ ਹੋ ਜਾਣੀ, ਕੋਹਨੀਆਂ 'ਤੇ ਜਾਂ ਰਿਸਟ ਜੁਆਇੰਟਸ ਜਾਂ ਗਮਸ 'ਚ ਬਲੀਡਿੰਗ ਹੋਣ ਲੱਗ ਜਾਂਦੀ ਹੈ, ਜਾਂ ਕਈ ਵਾਰੀ ਇੰਟਰਨਲ ਔਰਗਨਸ 'ਚ ਵੀ ਬਲੀਡਿੰਗ ਹੋ ਜਾਂਦੀ ਹੈ। ਬੱਚਿਆਂ ਦਾ ਕਈ ਵਾਰੀ ਸਿਰ ਵੱਜ ਜਾਂਦਾ ਹੈ, ਉਹਦੇ ਕਾਫੀ ਕਲੌਟਸ ਹੋ ਜਾਂਦੇ ਹਨ, ਤਾਂ ਉਹ ਜਲਦੀ ਬਲੀਡਿੰਗ ਰੁਕਦੀ ਨਹੀਂ, ਬੱਚਾ ਇਰੀਟੇਬਲ ਰਹਿੰਦਾ ਹੈ। ਇਹ ਬਿਮਾਰੀ ਅਸੀਂ 1 ਤੋਂ 2 ਸਾਲ ਦੇ ਵਿੱਚ ਈਜ਼ੀਲੀ ਡਾਇਗਨੋਸ ਕਰ ਸਕਦੇ ਹਾਂ। ਹੀਮੋਫੀਲੀਆ 2 ਤਰ੍ਹਾਂ ਦਾ ਹੁੰਦਾ ਹੈ, ਹੀਮੋਫੀਲੀਆ A ਐਂਡ ਹੀਮੋਫੀਲੀਆ B। ਹੀਮੋਫੀਲੀਆ A ਫੈਕਟਰ 8 ਦੀ ਡੈਫੀਸ਼ੀਐਂਸੀ ਨਾਲ ਹੁੰਦਾ ਹੈ, ਹੀਮੋਫੀਲੀਆ B ਫੈਕਟਰ 9 ਦੀ ਡੈਫੀਸ਼ੀਐਂਸੀ ਨਾਲ ਹੁੰਦਾ ਹੈ। 8 ਫੈਕਟਰ ਤੇ 9 ਫੈਕਟਰਸ ਦੋਨੋਂ ਹੀ ਫੈਕਟਰਸ ਆਪਾਂ ਨੂੰ ਚਾਹੀਦੇ ਹੁੰਦੇ ਹਨ ਇੱਕ ਅੱਛਾ ਕਲੌਟ ਫਾਰਮ ਕਰਨ ਲਈ, ਬਲੀਡਿੰਗ ਨੂੰ ਰੋਕਣ ਲਈ। ਬਟ ਇਹਨਾਂ ਬੱਚਿਆਂ 'ਚ ਜਾਂ ਇਹਨਾਂ ਪੇਸ਼ੈਂਟਸ 'ਚ ਇਹ ਫੈਕਟਰਸ ਨਹੀਂ ਹੁੰਦੇ ਜਾਂ ਘੱਟ ਹੁੰਦੇ ਹਨ। ਇਸ ਕਰਕੇ ਇਸ ਬਿਮਾਰੀ ਨੂੰ ਹੀਮੋਫੀਲੀਆ A ਜਾਂ ਹੀਮੋਫੀਲੀਆ B ਦਾ ਨਾਮ ਦਿੱਤਾ ਜਾਂਦਾ ਹੈ। ਹੀਮੋਫੀਲੀਆ 3 ਤਰ੍ਹਾਂ ਦਾ ਹੁੰਦਾ ਹੈ, ਇਟ ਇਜ਼ ਮਾਈਲਡ, ਮੋਡਰੇਟ ਐਂਡ ਸਿਵੀਅਰ। ਇਹਦੇ ਸਾਈਨ ਐਂਡ ਸਿੰਪਟਮਸ ਕੀ ਹੋ ਸਕਦੇ ਹਨ? ਸਾਡੇ ਕੋਲ ਬੱਚੇ ਆਉਂਦੇ ਹਨ, ਉਹ ਕਹਿੰਦੇ ਹਨ ਕਿ ਸਾਡੇ ਨੀਲ ਪੈ ਗਏ ਬੱਚਿਆਂ ਦੇ, ਮਾਪਿਓ ਕਾਫੀ ਪਰੇਸ਼ਾਨ ਹੁੰਦੇ ਹਨ ਕਿ ਡਾਕਟਰ ਸਾਹਿਬ ਨੀਲ ਹੀ ਨਹੀਂ ਠੀਕ ਹੋ ਰਹੇ, ਬੱਚਿਆਂ ਦੇ ਨੀਲ ਹੀ ਪਈ ਜਾ ਰਹੇ ਹੈ, ਇਹਨਾਂ ਨੂੰ ਪੇਨ ਹੋ ਰਹੀ ਹੈ, ਜੋੜ ਦੁਖ ਰਹੇ ਹਨ, ਜੋੜ ਸੁੱਜੇ ਹੋਏ ਹਨ, ਇਹਨਾਂ ਦੇ ਖੂਨ ਆਉਂਦਾ ਹੈ, ਬਲੀਡਿੰਗ, ਦੰਦਾਂ 'ਚੋਂ ਖੂਨ ਵਗ ਰਿਹਾ ਬੱਚੇ ਦੇ। ਕਈ ਵਾਰੀ ਬਾਥਰੂਮ ਦੇ ਰਸਤੇ 'ਚ, ਬਾਥਰੂਮ 'ਚ ਵੀ ਖੂਨ ਆ ਜਾਂਦਾ ਹੈ, ਬਾਥਰੂਮ ਲਾਲ ਰੰਗ ਦਾ ਆਉਣਾ ਸ਼ੁਰੂ ਹੋ ਜਾਂਦਾ ਹੈ, ਜਾਂ ਟੋਇਲੇਟ ਵਾਲੇ ਰਸਤੇ 'ਚ ਵੀ ਬਲੱਡ ਆਉਂਦਾ ਹੈ, ਸਟੂਲ ਦਾ ਜਾਂ ਟੋਇਲੇਟ ਦਾ ਕਲਰ ਵੀ ਲਾਲ ਜਾਂ ਕਾਲੇ 'ਚ ਹੋ ਜਾਂਦਾ ਹੈ, ਨੱਕ 'ਚ ਵਿੱਚੋਂ ਖੂਨ ਨਿਕਲਦਾ ਹੈ ਬੱਚਿਆਂ 'ਚ, ਬੱਚਾ ਇਰੀਟੇਬਲ ਰਹਿੰਦਾ ਹੈ, ਉਹ ਸੋਏਗਾ ਨਹੀਂ, ਉਸਦੀ ਮਾਂ ਪਰੇਸ਼ਾਨ ਹੋਏਗੀ ਕਿ ਇਹ ਸੌਂਦਾ ਨਹੀਂ, ਡਾਕਟਰ ਸਾਹਿਬ ਕੀ ਕਰੀਏ, ਨੀਲ ਪੈ ਜਾਂਦੇ ਹਨ ਬੜੀ ਜਲਦੀ, ਇਹਦੇ ਗੋਡੇ ਸੁੱਜ ਜਾਂਦੇ ਹਨ। ਕਈ ਵਾਰੀ ਬੱਚਾ ਇਰੀਟੇਬਲ ਹੋਣ ਕਰਕੇ ਉਹਦੀ ਬ੍ਰੇਨ 'ਚ ਵੀ ਬਲੀਡਿੰਗ ਹੋ ਜਾਂਦੀ ਹੈ। ਸੋ ਲਾਈਕ ਦਿਸ ਵੇ ਹੀਮੋਫੀਲੀਆ ਦੇ ਇਹ ਲੱਛਣ ਹੁੰਦੇ ਹਨ ਜਾਂ ਸਾਈਨ ਐਂਡ ਸਿੰਪਟਮਸ ਹੁੰਦੇ ਹਨ। ਅਸੀਂ ਹੀਮੋਫੀਲੀਆ ਕਿਸ ਤਰ੍ਹਾਂ ਡਾਇਗਨੋਸ ਕਰ ਸਕਦੇ ਹਾਂ? ਅਸੀਂ ਜਦੋਂ ਡਾਕਟਰਸ ਐਜ਼ ਅ ਪੇਸ਼ੈਂਟ ਦੇਖਦੇ ਹਾਂ, ਬੱਚੇ ਨੂੰ ਦੇਖਦੇ ਹਾਂ, ਤਾਂ ਸਾਨੂੰ ਲੱਗਦਾ ਹੈ ਕਿ ਇਹਦੇ ਟੈਸਟ ਕਰਾਉਂਦੇ ਹਾਂ ਅਸੀਂ ਬਲੱਡ ਦੇ। ਨੋਰਮਲ ਇਨਸਾਨ ਦੇ ਵਿੱਚ ਫੈਕਟਰ 8 ਐਂਡ ਫੈਕਟਰ 9 ਨੋਰਮਲ ਲੈਵਲ 'ਚ ਹੁੰਦੇ ਹਨ, ਬਿਲਕੁਲ ਠੀਕ ਹੁੰਦੇ ਹਨ। ਬਟ ਇਹਨਾਂ ਕੇਸਿਸ ਦੇ ਵਿੱਚ ਬੱਚਿਆਂ 'ਚ ਫੈਕਟਰਸ ਕਾਫੀ ਹੱਦ ਤੱਕ ਘੱਟ ਹੁੰਦੇ ਹਨ। ਇਹਦੀਆਂ 2 ਟਾਈਪਸ ਦੀਆਂ ਹੋ ਸਕਦੀਆਂ ਹਨ ਕਾਜ਼ਸ। ਇੱਕ ਤਾਂ ਬੱਚਾ ਜਮਾਂਦਰੂ ਹੈ, ਹੀਮੋਫੀਲੀਆ ਦਾ ਮਰੀਜ਼ ਹੈ ਕਿ ਉਹਦੇ ਜਨਮ ਤੋਂ ਹੀ ਬਿਲਕੁਲ ਉਹਨੂੰ ਫੈਕਟਰਸ ਉਹਦੇ ਬਣੇ ਹੀ ਨਹੀਂ। ਫੈਕਟਰ 8 ਹੀਮੋਫੀਲੀਆ A ਐਂਡ ਫੈਕਟਰ 9 ਡੈਫੀਸ਼ੀਐਂਸੀ ਇਜ਼ ਹੀਮੋਫੀਲੀਆ B। ਇਹ ਅਕਸਰ ਮੇਲਸ 'ਚ ਜ਼ਿਆਦਾ ਹੁੰਦੇ ਹੈ, ਮੁੰਡਿਆਂ ਵਿੱਚ ਜ਼ਿਆਦਾ ਹੁੰਦੀ ਹੈ, ਗਰਲਸ ਜਾਂ ਲੜਕੀਆਂ ਵਿੱਚ ਘੱਟ ਹੁੰਦੀ ਹੈ। ਇੱਕ ਕੰਜਨਾਈਟਲ ਬਿਮਾਰੀ ਹੁੰਦੀ ਹੈ, ਇਹ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ, ਫੈਮਿਲੀ ਮੈਂਬਰਸ ਪਿੱਛੇ ਵੀ ਹਿਸਟਰੀ ਹੋਏਗੀ ਕਿ ਉਸਦੇ ਭੈਣ ਭਰਾਵਾਂ ਨੂੰ ਵੀ ਸੀ ਜਾਂ ਉਸਦੇ ਚਾਚੇ ਦੇ ਬੱਚਿਆਂ ਨੂੰ ਸੀ ਜਾਂ ਤਾਏ ਦੇ ਜਾਂ ਉੱਧਰੋਂ ਮਾਸੀ ਦੇ। ਇਸ ਟਾਈਪ ਨਾਲ ਇਟ ਹੈਪਨਸ, ਇਟ ਰਨਸ ਇਨ ਦੀ ਫੈਮਿਲੀ, ਬਟ ਇਟ ਕੈਨ ਬੀ ਐਕਵਾਇਰਡ ਆਲਸੋ। ਇਹ ਜ਼ਰੂਰੀ ਨਹੀਂ ਹੈ ਕਿ ਇਹ ਜਮਾਂਦਰੂ ਹੀ ਹੋਵੇ, ਇਹ ਐਕਵਾਇਰ ਵੀ ਕੀਤੀ ਜਾ ਸਕਦੀ ਹੈ ਲੇਟਰ ਔਨ, ਜਦੋਂ ਬੱਚਾ ਬੜਾ ਹੋ ਜਾਂਦਾ ਹੈ ਜਾਂ ਕੋਈ ਐਡਲਟ ਲਾਈਫ 'ਚ ਪਹੁੰਚ ਜਾਂਦਾ ਹੈ। ਦੈਟ ਇਜ਼ ਕਾਲਡ ਆਟੋ ਇਮਿਊਨ। ਕੁਝ ਐਸੀਆਂ ਬਿਮਾਰੀਆਂ ਹੁੰਦੀਆਂ ਹਨ ਜਿਹੜੀਆਂ ਕਿ ਇਮਿਊਨ ਸਿਸਟਮ ਨੂੰ ਡੈਮੇਜ ਕਰਦੀਆਂ ਹਨ। ਫੋਰ ਐਗਜ਼ਾਮਪਲ ਇਨ ਪ੍ਰੈਗਨੈਂਸੀ, ਮਲਟੀਪਲ ਸਕਲੇਰੋਸਿਸ, ਦੇਅਰ ਆਰ ਵੇਰੀਅਸ ਕੈਂਸਰਸ। ਸੋ ਇਨ ਦੈਟ ਕੰਡੀਸ਼ਨ ਜਾਂ ਇੰਨੀਆਂ ਕੰਡੀਸ਼ਨਸ ਦੇ ਵਿੱਚ ਇਹ ਐਕਵਾਇਰਡ ਹੀਮੋਫੀਲੀਆ ਵੀ ਹੋ ਜਾਂਦਾ ਹੈ, ਜਿਹਦੇ ਵਿੱਚ ਕੋਈ ਫੈਮਿਲੀ ਹਿਸਟਰੀ ਨਹੀਂ ਹੁੰਦੀ। ਤਾਂ ਇਸ ਦੇ ਅਸੀਂ ਟੈਸਟ ਕਰ ਸਕਦੇ ਹਾਂ ਡਾਇਗਨੋਸਿਸ, ਜਿਵੇਂ ਬਰਥ ਦੇ ਪਹਿਲੇ ਸਾਲ 'ਚ ਬੱਚਾ ਹੋਵੇ ਜਾਂ ਦੂਸਰੇ ਸਾਲ 'ਚ ਅਕਸਰ ਪਤਾ ਲੱਗ ਜਾਂਦਾ ਹੈ। ਜੇ ਐਕਵਾਇਰਡ ਹੋਵੇ ਤਾਂ ਲੇਟਰ ਸਟੇਜਸ 'ਚ ਪਤਾ ਲੱਗ ਜਾਂਦਾ ਹੈ। ਫਿਰ ਅਸੀਂ ਇਸ ਦੀ ਟਰੀਟਮੈਂਟ ਕਿਸ ਤਰ੍ਹਾਂ ਕਰਦੇ ਹਾਂ, ਇਲਾਜ ਕਿਸ ਤਰ੍ਹਾਂ ਇਹਦਾ ਕਰਿਆ ਜਾਂਦਾ ਹੈ? ਬੇਸਿਕਲੀ ਇੱਥੇ ਪੈਡੀਆਟ੍ਰਿਕਸ ਦੀ ਟੀਮ ਹੈ ਜਿਹੜੀ ਕਿ 14 ਸਾਲ ਤੋਂ ਘੱਟ ਬੱਚਿਆਂ ਨੂੰ ਦੇਖਦੇ ਹਨ। 14 ਤੋਂ 18 ਸਾਲ ਜਾਂ 18 ਤੋਂ ਉੱਪਰ ਅਸੀਂ ਮੈਡੀਸਨ ਜਾਂ ਫਿਜ਼ੀਸ਼ੀਅਨਸ ਦੇਖਦੇ ਹਾਂ। ਇਹਦੇ ਵਿੱਚ ਬਹੁਤ ਡਿਫਰੈਂਟ ਟਾਈਪਸ ਦੀਆਂ ਡਰੱਗਸ ਨਹੀਂ ਹਨ, ਆਪਣੇ ਕੋਲ ਬਹੁਤ ਆਪਸ਼ਨਸ ਨਹੀਂ ਹਨ। ਇਹਦੇ ਵਿੱਚ ਸਾਡੇ ਬਲੱਡ ਬੈਂਕ ਦੇ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਫੈਕਟਰਸ ਅਵੇਲੇਬਲ ਹੁੰਦੇ ਹਨ। ਜਿਸ ਬੱਚੇ 'ਚ ਫੈਕਟਰ 8 ਦੀ ਘਾਟ ਹੈ ਉਸਨੂੰ ਫੈਕਟਰ 8 ਚੜ੍ਹਾਇਆ ਜਾਂਦਾ ਹੈ, ਜਿਹੜਾ ਕਿ ਹੀਮੋਫੀਲੀਆ A ਹੁੰਦਾ ਹੈ। ਹੀਮੋਫੀਲੀਆ B ਮਾਨੇ ਕਿ ਫੈਕਟਰ 9 ਦੀ ਡੈਫੀਸ਼ੀਐਂਸੀ, ਉਸਨੂੰ 9 ਫੈਕਟਰ ਚੜ੍ਹਾ ਦਿੱਤੇ ਜਾਂਦੇ ਹਨ। ਉਸ ਦੀ ਲੋੜ ਦੇ ਅਨੁਸਾਰ
ਜੇ ਉਸ ਦੀ ਬਲੀਡਿੰਗ ਜ਼ਿਆਦਾ ਹੈ ਤਾਂ ਉਹਨੂੰ ਜ਼ਿਆਦਾ ਯੂਨਿਟਸ ਦੇ ਦਿੱਤੇ ਜਾਂਦੇ ਹਨ। ਇੱਕ ਪ੍ਰੋਪਰ ਚਾਰਟ ਹੁੰਦਾ ਹੈ ਜਿਹਦੇ ਹਿਸਾਬ ਨਾਲ ਬਾਡੀ ਵੇਟ ਦੇ ਨਾਲ ਉਹਨੂੰ ਕੈਲਕੂਲੇਟ ਕਰਕੇ ਅਸੀਂ ਉਹਦੀ ਦੇ ਸਕਦੇ ਹਾਂ ਅਤੇ ਉਸ ਬੱਚੇ ਨੂੰ ਅਸੀਂ ਉਸ ਤੋਂ ਆਰਾਮ ਦਿਵਾਉਂਦੇ ਹਾਂ ਤਾਂ ਕਿ ਉਹਦੀ ਬਲੀਡਿੰਗ ਨਾ ਹੋਵੇ। ਦੇਅਰ ਆਰ ਵੇਰੀਅਸ ਡਰੱਗਸ, ਉਹ 'ਚ ਹੋਰ ਵੀ ਮੈਡੀਕਲ ਸੁਵਿਧਾਵਾਂ ਅਸੀਂ ਦਿੰਦੇ ਹਾਂ। ਡੈਸਮੋਪ੍ਰੈਸਿਨ ਨਾਮ ਦੀ ਇੱਕ ਦਵਾਈ ਹੈ, ਉਹ ਦਿੱਤੀ ਜਾਂਦੀ ਹੈ। ਅੱਜ ਕੱਲ੍ਹ ਇੱਕ ਬਹੁਤ ਹੀ ਅੱਛੀ ਸਰਕਾਰ ਨੇ ਸਾਨੂੰ ਦਵਾਈ ਮੁਹੱਈਆ ਕਰਾਈ ਹੈ, ਦੈਟ ਇਜ਼ ਕਾਲਡ ਐਮੇਸੀਜ਼ੂਮੈਬ। ਐਮੇਸੀਜ਼ੂਮੈਬ ਹੈਮਲਿਮਰਾ ਦੇ ਨਾਮ ਤੋਂ ਆਉਂਦੀ ਹੈ। ਇਹ ਸਾਨੂੰ ਸਰਕਾਰ ਸੁਵਿਧਾ ਕਰਾਉਂਦੀ ਹੈ। ਅਸੀਂ ਇਹ ਕਾਫੀ ਬੱਚਿਆਂ ਨੂੰ ਡਾਕਟਰ ਵਰੁਣ ਕੌਲ ਦੀ ਗਾਈਡੈਂਸ ਦੇ ਅੰਡਰ ਦਿੰਦੇ ਹਾਂ ਤਾਂ ਕਾਫੀ ਬੱਚੇ ਇਸ ਤੋਂ ਰਿਲੀਫ ਹੁੰਦੇ ਹਨ। ਇਸ ਦੇ ਵਿੱਚ ਕੀ ਹੈ ਕਿ ਉਹਨੂੰ ਬਲੀਡਿੰਗ ਨਹੀਂ ਹੁੰਦੀ ਬੱਚੇ ਨੂੰ। ਇਸ ਤੋਂ ਇਲਾਵਾ ਹੋਰ ਕਲੌਟ ਪ੍ਰੀਵੈਂਟਿੰਗ ਫੈਕਟਰਸ ਹੁੰਦੇ ਹਨ ਜਾਂ ਫਿਜ਼ੀਓਥੈਰੇਪੀਜ਼ ਹੁੰਦੀਆਂ ਹਨ ਜਿਹੜੀ ਕਿ ਤੁਸੀਂ ਜੁਆਇੰਟਸ ਦੀ ਮੋਬਿਲਿਟੀ ਕਰਾ ਸਕਦੇ ਹੋ। ਬੱਚੇ ਦੇ ਇੱਕ ਵਾਰੀ ਜੁਆਇੰਟ 'ਚ ਬਲੀਡਿੰਗ ਹੋਊਗੀ ਤਾਂ ਉਸ ਨੂੰ ਤੁਸੀਂ ਹੌਲੀ ਹੌਲੀ ਠੀਕ ਕਰਦੇ ਹੋ, ਰੀਹੈਬਿਲੀਏਟ ਕਰਦੇ ਹੋ, ਫਿਜ਼ੀਓਥੈਰੇਪੀਜ਼ ਕਰਾਉਂਦੇ ਹੋ। ਦੇਅਰ ਆਰ ਵੇਰੀਅਸ ਮੈਥਡਸ ਲਾਈਕ ਦਿਸ ਵੀ ਕੈਨ all treat the hemophilia patients and they are giving supportive therapies and rehabilitations। ਕੁਝ ਪ੍ਰੀਕਾਸ਼ਨਸ ਹੁੰਦੀਆਂ ਹਨ ਹੀਮੋਫੀਲੀਆ ਪੇਸ਼ੈਂਟਸ ਦੇ ਵਿੱਚ ਜਿਹੜੀਆਂ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਨੂੰ ਜ਼ਿਆਦਾ ਬਾਕਸਿੰਗ ਨਹੀਂ ਕਰਨੀ, ਫਿਜ਼ੀਕਲ ਐਕਟੀਵਿਟੀਜ਼ ਨਹੀਂ ਕਰਨੀਆਂ, ਬਹੁਤ ਐਗਰੈਸਿਵ ਫੁੱਟਬਾਲ ਪਲੇ ਨਹੀਂ ਕਰ ਸਕਦੇ ਬੱਚੇ, ਕਿਉਂਕਿ ਜੇ ਉਹਨਾਂ ਨੂੰ ਉਸ ਤਰ੍ਹਾਂ ਦੀ ਸੱਟ ਲੱਗਦੀ ਹੈ ਤਾਂ ਬਰੂਜ਼ ਜ਼ਿਆਦਾ, ਨੀਲ ਜ਼ਿਆਦਾ ਪੈ ਸਕਦੇ ਹਨ, ਬਲੀਡਿੰਗ ਜ਼ਿਆਦਾ ਹੋ ਸਕਦੀ ਹੈ। ਹਾਂ, ਹਲਕੀ ਫੁਲਕੀ ਐਕਸਰਸਾਈਜ਼, ਹਲਕਾ ਫੁਲਕਾ ਵਰਕਆਊਟ ਉਹ ਬੱਚੇ ਕਰ ਸਕਦੇ ਹਨ। ਦੇ ਕੈਨ ਗੋ ਫॉर ਡਾਂਸ ਐਕਟੀਵਿਟੀਜ਼, ਅਦਰ ਪਲੇਫੁਲ ਐਕਟੀਵਿਟੀਜ਼, ਆਪਣੀ ਪੇਂਟਿੰਗ ਕਰ ਸਕਦੇ ਜਾਂ ਉਹਨਾਂ ਨੂੰ ਜੋ ਵੀ ਆਪਣੇ ਉਹਨਾਂ ਦੇ ਚਾਅ ਹਨ ਉਹ ਪੂਰੇ ਕਰ ਸਕਦੇ ਹਨ। ਬਟ ਰੈਸਲਿੰਗ, ਬਾਕਸਿੰਗ, ਅਗਰੈਸਿਵ ਇਹ ਚੀਜ਼ਾਂ ਉਹ ਨਹੀਂ ਕਰਨੀਆਂ ਹੁੰਦੀਆਂ ਹਨ। ਅਸੀਂ ਇਹਨਾਂ ਨੂੰ ਪ੍ਰੀਕਾਸ਼ਨਰੀ ਸੇਕ ਦੱਸਦੇ ਹਾਂ। ਤਾਂ ਇਸ ਤਰ੍ਹਾਂ ਇਹ ਸਾਰੀ ਹੀਮੋਫੀਲੀਆ ਦੀ ਜਿਹੜੀ ਪੇਸ਼ੈਂਟਸ ਆਉਂਦੇ ਹਨ ਸਾਡੇ ਕੋਲ, ਮੋਸਟ ਆਫ ਦੀ ਟਾਈਮ ਐਡਲਟ ਪੇਸ਼ੈਂਟਸ ਵੀ ਆਉਂਦੇ ਹਨ। 14 ਈਅਰਸ ਤੋਂ ਲੈ ਕੇ 35 ਈਅਰਸ ਦੇ ਵਿੱਚ ਕਾਫੀ ਪੇਸ਼ੈਂਟਸ ਆਉਂਦੇ ਹਨ। ਅਕਸਰ ਆਉਂਦੇ ਹਨ ਕਿ ਸਾਡੀ ਬਲੀਡਿੰਗ ਹੋ ਗਈ, ਅਸੀਂ ਗਿਰ ਗਏ, ਡੋਮੈਸਟਿਕ ਫਾਲ ਵੀ ਘਰੇ ਹੀ ਗਿਰ ਗਏ, ਪੌੜੀਆਂ ਤੋਂ ਸਲਿੱਪ ਕਰ ਗਏ ਤਾਂ ਸਾਡੇ ਜੁਆਇੰਟ 'ਚ ਸਵੈਲਿੰਗ ਹੋ ਗਈ ਹੈ। ਤਾਂ ਉਹਨਾਂ ਦੀ ਸਵੈਲਿੰਗ ਦੇ ਅਨੁਸਾਰ ਕਿੰਨੇ ਕੁ ਬਰੂਜ਼ ਹੈ ਜਾਂ ਬਲੀਡਿੰਗ ਹੈ ਉਸ ਦੇ ਅਨੁਸਾਰ ਅਸੀਂ ਉਹਨਾਂ ਨੂੰ ਫੈਕਟਰ 8 ਤੇ 9 ਡਿਸਪੈਂਸ ਆਫ ਕਰਦੇ ਹਾਂ ਇੱਕ ਟਿਊਬ ਦੇ ਰਸਤੇ, ਜਿਹੜੀ ਕਿ ਇੱਥੇ ਨਾੜੀ ਦੇ ਵਿੱਚ ਅਸੀਂ ਸੂਈ ਲਗਾਉਂਦੇ ਹਾਂ। ਇੱਕ ਫੈਕਟਰ ਇੱਕ ਥੈਲੀ 'ਚ ਹੁੰਦੇ ਹਨ, ਉਹਨਾਂ ਨੂੰ ਅਸੀਂ ਡਿਸਪੈਂਸ ਕਰ ਦਿੰਦੇ ਹਾਂ ਜੋ ਕਿ ਅਕਸਰ 1-2 ਘੰਟਿਆਂ ਦੇ ਵਿੱਚ ਫਿਨਿਸ਼ ਆਫ ਹੋ ਜਾਂਦੇ ਹਨ। ਅਸੀਂ 1 ਦਿਨ ਵੀ ਦਿੰਦੇ ਹਾਂ, 2 ਦਿਨ ਵੀ ਦੇ ਸਕਦੇ ਹਾਂ, 3 ਵੀ, 4 ਵੀ, ਡਿਪੈਂਡਿੰਗ ਔਨ ਦੀ ਪੇਸ਼ੈਂਟਸ ਕੰਡੀਸ਼ਨ, ਕਲੀਨਿਕਲ ਕੰਡੀਸ਼ਨ। ਸੋ ਲਾਈਕ ਦਿਸ ਵੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਹੀਮੋਫੀਲੀਆ ਬਾਰੇ ਜਾਗਰੂਕ ਕੀਤਾ ਹੈ ਕਿ ਇਹ ਕੀ ਬਿਮਾਰੀ ਹੈ ਅਤੇ ਇਸ ਨੂੰ ਅਸੀਂ ਕਿਸ ਤਰ੍ਹਾਂ ਟੈਕਲ ਕਰ ਸਕਦੇ ਹਾਂ, ਕਿਸ ਤਰ੍ਹਾਂ ਅਸੀਂ ਇਹਨੂੰ ਡਾਇਗਨੋਸ ਕਰਦੇ ਹਾਂ ਅਤੇ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹਸਪੀਟਲ 'ਚ ਇਸ ਦਾ ਇਲਾਜ ਕੀਤਾ ਜਾਂਦਾ ਹੈ। ਸ਼ੁਕਰੀਆ। ਤੁਸੀਂ ਦੱਸਿਆ ਹੈਗਾ ਜਿਵੇਂ ਇਹਦੇ ਵਿੱਚ ਸਾਡੇ ਕੋਲੇ ਜਿਹੜੇ ਹੈਗੇ ਨਾਬਾਲਗ ਬੱਚੇ ਵੀ ਆ ਰਹੇ ਹੈਗੇ ਆ, ਹਾਂਜੀ। ਉਸ ਤੋਂ ਬਾਅਦ ਜਿਹੜੇ ਹੈਗੇ ਮੈਰਿਜ ਦੇ ਕਾਬਲ ਵੀ ਹੋਣਗੇ, ਉਸ ਤੋਂ ਬਾਅਦ ਇਹ ਜਦੋਂ ਇਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਚੱਲੂਗੀ ਮੈਰਿਜ ਲਾਈਫ ਤੋਂ ਬਾਅਦ, ਜਿਸ ਤਰ੍ਹਾਂ ਜਿਹੜਾ ਹੈਗਾ ਵੀ ਇਹਨਾਂ ਦੇ ਬੱਚੇ ਵੀ ਪੈਦਾ ਹੋਣਗੇ, ਕਿਸ ਤਰ੍ਹਾਂ ਫਿਰ ਇਹਨਾਂ ਦੀ ਪੋਜੀਸ਼ਨ ਹੋਊਗੀ, ਕੀ ਇਹਨਾਂ ਦੇ ਕੋਈ ਕਮੀ ਹੋ ਸਕਦੀ ਹੈ ਉਸ ਦੇ ਵਿੱਚ? ਇਸ ਲਈ ਅਸੀਂ ਫੈਮਿਲੀ ਸਕਰੀਨਿੰਗ ਕਰਾਉਂਦੇ ਹਾਂ। ਫੈਮਿਲੀ ਸਕਰੀਨਿੰਗ ਮਤਲਬ ਕੀ ਹੁੰਦਾ ਹੈ, ਮੰਨ ਲਓ ਇੱਕ ਪਰਿਵਾਰ ਦਾ ਇੱਕ ਬੱਚਾ ਆਪਣੇ ਕੋਲ ਹੀਮੋਫੀਲੀਆ ਪੋਜ਼ਿਟਿਵ ਆ ਗਿਆ ਹੈ, ਅਸੀਂ ਉਹ ਸਾਰੇ ਬੱਚਿਆਂ ਦੇ ਅੱਗੋਂ ਟੈਸਟ ਕਰਾ ਸਕਦੇ ਹਾਂ, ਉਹਨਾਂ ਦੇ ਮਾਤਾ ਪਿਤਾ ਦੇ ਟੈਸਟ ਕਰਾ ਸਕਦੇ ਹਾਂ। ਬੇਸਿਕਲੀ ਇਹ ਐਕਸ ਕ੍ਰੋਮੋਸੋਮ ਦੇ ਥਰੂ ਕੈਰੀ ਕਰਦਾ ਹੈ ਬੱਚਾ। ਜ਼ਿਆਦਾਤਰ ਇਹ ਮੇਲਸ ਜਿਹੜੇ ਲੜਕੇ ਹੁੰਦੇ ਹਨ ਦੇ ਆਰ ਮੋਰ ਅਫੈਕਟਡ ਬਿਕੋਜ਼ ਉਹਨਾਂ ਦੇ ਵਿੱਚ ਐਕਸ ਕ੍ਰੋਮੋਸੋਮ ਹੁੰਦਾ, ਇੱਕ ਵਾਈ ਕ੍ਰੋਮੋਸੋਮ। ਵਾਈ ਇਜ਼ ਨੋਰਮਲ, ਐਕਸ ਕ੍ਰੋਮੋਸੋਮ ਜਿਹੜਾ ਕਿ ਉਹ ਆਪਣੀ ਮਦਰ ਤੋਂ ਲੈਂਦਾ ਹੈ ਬੱਚਾ, ਉਸ ਦੇ ਵਿੱਚ ਉਹ ਅਫੈਕਟਡ ਹੁੰਦਾ ਹੈ। ਤਾਂ ਉਹਨਾਂ ਦੀ ਮਦਰ ਦਾ ਟੈਸਟ ਸਾਨੂੰ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਇਹ ਆਪਣਾ ਜਿਹੜਾ ਇਹ ਬੱਚਾ ਮੇਲ ਬੱਚਾ ਹੈ ਅੱਗੋਂ ਵਿਆਹਿਆ ਜਾਏਗਾ, ਉਸ ਦੀ ਜਿਹੜੀ ਫੀਮੇਲ ਜਾਂ ਉਹਦਾ ਜਿਹੜਾ ਫਿਆਂਸੀ ਹੋਏਗੀ ਉਹਦੇ ਟੈਸਟ ਵੀ ਜ਼ਰੂਰ ਕਰਾਉਣੇ ਲੈਣੇ ਚਾਹੀਦੇ ਹੈ ਕਿ ਉਹ ਨੈਗੇਟਿਵ ਹੈ ਤਾਂ ਬਹੁਤ ਅੱਛੀ ਗੱਲ ਹੈ, ਤਾਂ ਕਿ ਜਿਹੜੇ ਇਹਨਾਂ ਦੇ ਹੋਣ ਵਾਲੇ ਅੱਗੋਂ ਬੱਚੇ ਹੋਣਗੇ ਉਹਨਾਂ 'ਚ ਜੈਨੇਟਿਕ ਕਾਉਂਸਲਿੰਗ ਹੁੰਦੀ ਹੈ ਜਿਹੜੀ ਕਿ ਅਸੀਂ ਸਕਰੀਨ ਆਊਟ ਕਰ ਸਕਦੇ ਹਾਂ ਤਾਂ ਕਿ ਉਹਨਾਂ ਨੂੰ ਅੱਗੋਂ ਤੰਦਰੁਸਤ ਬੱਚੇ ਪੀੜ੍ਹੀ ਦਰ ਪੀੜ੍ਹੀ ਉਹ ਕਰ ਸਕਦੇ ਹਨ ਆਪਣੇ। ਡਾਕਟਰ ਸਾਹਿਬ ਇਹਨਾਂ ਦੇ ਵਿੱਚ ਕਿੰਨੇ ਕੁ % ਚਾਂਸ ਹੋ ਸਕਦੇ ਆ ਜਿਸ ਤਰ੍ਹਾਂ ਵੀ ਕੋਈ ਪੀੜ੍ਹੀ ਦਰ ਪੀੜ੍ਹੀ ਚੱਲਣ ਦੀ ਇਹ ਬਿਮਾਰੀ? ਇਟ ਡਿਪੈਂਡਸ ਐਕਸ ਕ੍ਰੋਮੋਸੋਮ ਔਨ ਐਕਸ ਕ੍ਰੋਮੋਸੋਮ। ਐਕਸ ਕ੍ਰੋਮੋਸੋਮ ਜਿੰਨੇ ਵੀ ਅੱਗੋਂ ਐਗਸ ਬਣਦੇ ਹਨ ਉਹਦੀ ਪਰਸੈਂਟੇਜ ਦੇ ਹਿਸਾਬ ਨਾਲ ਅਸੀਂ ਉਹਨੂੰ ਹੀਮੋਫੀਲੀਆ ਡਾਇਗਨੋਸ ਕਰ ਸਕਦੇ ਹਾਂ। ਸਿਮਿਲਰ ਇਜ਼ ਐਸ ਥੈਲਾਸੀਮੀਆ, ਜਿਸ ਤਰ੍ਹਾਂ ਉਹ ਐਕਸ ਕ੍ਰੋਮੋਸੋਮ ਦਾ ਕੈਰੀ ਆਊਟ ਕਰਦੇ ਹਨ ਉਸੇ ਤਰ੍ਹਾਂ ਹੀ ਉਹ ਜੈਨੇਟਿਕ ਕਾਉਂਸਲਿੰਗ ਦੇ ਥਰੂ ਉਹਨਾਂ ਦੀ ਪਰਸੈਂਟੇਜ ਹੁੰਦੀ ਆ ਕਿ 50% ਚਾਂਸਸ ਹੋ ਸਕਦਾ ਬੱਚੇ ਨੂੰ ਅੱਗੋਂ ਉਹਨਾਂ ਦੇ ਹੋ ਸਕਦੇ ਹਨ ਅਤੇ 50% ਨਹੀਂ ਵੀ ਚਾਂਸਸ ਹੋ ਸਕਦਾ। ਡਾਕਟਰ ਸਾਹਿਬ ਇੱਕ ਇਹਦੇ ਵਿੱਚ ਆਪਣੇ ਕੋਲ ਪੰਜਾਬ ਭਰ ਦੇ ਵਿੱਚ ਕਿੰਨੇ ਕੁ ਆ ਰਹੇ ਆ ਪੇਸ਼ੈਂਟ? ਸਾਡੇ ਕੋਲ ਕਾਫੀ ਪੇਸ਼ੈਂਟਸ ਆ ਰਹੇ ਆ। ਸਾਡੇ ਕੋਲ ਇੱਕ ਪ੍ਰੋਪਰ ਇੱਥੇ
ਹੀਮੋਫੀਲੀਆ ਦਾ ਚੈਂਬਰ ਬਣਿਆ ਹੋਇਆ ਹੈ, ਇੱਕ ਵਾਰਡ ਬਣਿਆ ਹੋਇਆ ਹੈ, ਜਿਹਦੇ ਵਿੱਚ ਅਸੀਂ ਉਹਦੇ 'ਚ ਰਜਿਸਟਰ ਰਿਕਾਰਡ ਲਗਾਏ ਹੋਏ ਹੈ ਕਿ ਇਹ ਸਾਡੇ ਕੋਲ ਪੇਸ਼ੈਂਟਸ ਇਸ ਤਰ੍ਹਾਂ ਆ ਰਹੇ ਹੈ। ਉਹਨਾਂ ਨੂੰ ਅਸੀਂ ਜੋਟ ਡਾਊਨ ਕਰ ਰਹੇ ਹਾਂ, ਉਹਨਾਂ ਨੂੰ ਅਸੀਂ ਫੋਲੋ ਅਪ 'ਤੇ ਵੀ ਬੁਲਾ ਰਹੇ ਹਾਂ, ਉਹਨਾਂ ਦੇ ਅਸੀਂ ਪੁੱਛਦੇ ਵੀ ਹਾਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਲੱਗਿਆ। ਪੇਸ਼ੈਂਟਸ ਜਦੋਂ ਓਬਵੀਅਸਲੀ ਜਦੋਂ ਜੁਆਇੰਟ ਇੰਨਾ ਸਵੋਲਨ ਹੋਵੇ, ਉਹ ਠੀਕ ਹੋ ਰਿਹਾ, ਤੰਦਰੁਸਤ ਹੋ ਕੇ ਤੁਰ ਫਿਰ ਸਕ ਰਿਹਾ ਜਾਂ ਕੰਮ ਕਰ ਸਕ ਰਿਹਾ, ਉਹ ਬਹੁਤ ਖੁਸ਼ ਹੁੰਦੇ ਹਨ ਅਤੇ ਸਾਨੂੰ ਥੈਂਕਸ ਕਰਕੇ ਵੀ ਜਾਂਦੇ ਹਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਡਾਕਟਰ ਸੰਦੀਪ ਹੈ। ਮੈਂ ਇੱਥੇ ਬਤੌਰ ਲੈਕਚਰਰ ਕੰਮ ਕਰ ਰਿਹਾ ਹਾਂ ਯੂਨੀਵਰਸਿਟੀ ਕਾਲਜ ਆਫ ਫਿਜ਼ੀਓਥੈਰੇਪੀ ਦੇ ਵਿੱਚ, ਜਿਹੜਾ ਕਿ ਕੌਂਸਟੀਟਿਊਂਟ ਕਾਲਜ ਹੈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਦੇ ਵਿੱਚ। ਸੋ ਅੱਜ ਅਸੀਂ ਗੱਲ ਕਰ ਰਹੇ ਸੀ ਹੀਮੋਫੀਲੀਆ ਬਾਰੇ। ਹੀਮੋਫੀਲੀਆ ਦੇ ਬਹੁਤ ਸਾਰੇ ਮਰੀਜ਼ ਸਾਡੇ ਕੋਲ ਆ ਰਹੇ ਨੇ। ਕੁਝ ਡਾਇਗਨੋਜ਼ ਹੁੰਦੇ ਹੀ ਆ ਰਹੇ ਨੇ, ਛੋਟੀ ਉਮਰ 'ਚ ਆ ਰਹੇ ਨੇ, ਕੁਝ ਡਾਇਗਨੋਜ਼ ਹੋਣ ਤੋਂ ਕੋਈ 10 ਸਾਲ ਬਾਅਦ ਵੀ ਆ ਰਹੇ ਨੇ, ਜੋ ਕਿ ਬਹੁਤ ਪ੍ਰੋਬਲਮਸ ਦੇ ਵਿੱਚ ਆ ਰਹੇ ਨੇ। ਸੋ ਜੇ ਆਪਾਂ ਫਿਜ਼ੀਓਥੈਰੇਪੀ ਦੀ ਗੱਲ ਕਰੀਏ, ਫਿਜ਼ੀਓਥੈਰੇਪੀ ਦੀ ਲੋੜ ਦੋਨੇ ਮਰੀਜ਼ਾਂ ਨੂੰ ਹੈ। ਜਿਹਨੂੰ ਹੀਮੋਫੀਲੀਆ ਨੇ ਕੋਈ ਨੁਕਸਾਨ ਪਹੁੰਚਾਇਆ ਹੈ ਉਹ ਵੀ, ਜਿਹਨੇ ਨਹੀਂ ਪਹੁੰਚਾਇਆ ਉਹਨੂੰ ਵੀ। ਸੋ ਜੇ ਨਹੀਂ ਕਿਸੇ ਨੂੰ ਨੁਕਸਾਨ ਹੋਇਆ, ਕੋਈ ਟਾਰਗੇਟ ਜੁਆਇੰਟ ਨਹੀਂ ਬਣਿਆ ਜਾਂ ਕੋਈ ਐਬਨੋਰਮੈਲਿਟੀ ਨਹੀਂ ਆਈ, ਆਪਾਂ ਉਹਨੂੰ ਫਿਜ਼ੀਓਥੈਰੇਪੀ ਦੇ ਕੇ, ਵਰਜਿਸ਼ਾਂ ਦੱਸ ਕੇ ਆਪਾਂ ਉਹਨੂੰ ਠੀਕ ਕਰ ਸਕਦੇ ਹਾਂ, ਤਾਂ ਕਿ ਉਹ ਪ੍ਰੋਬਲਮ ਦੁਬਾਰਾ ਨਾ ਆਵੇ। ਜਿਹਨੂੰ ਪ੍ਰੋਬਲਮ ਆ ਗਈ ਹੈ ਉਹ ਪ੍ਰੋਬਲਮ ਹੋਰ ਨਾ ਵਧੇ, ਇਸ ਕਰਕੇ ਆਪਾਂ ਉਹਨੂੰ ਫਿਜ਼ੀਓਥੈਰੇਪੀ ਐਕਸਰਸਾਈਜ਼ ਦੇ ਸਕਦੇ ਹਾਂ। ਹੁਣ ਇੱਕ ਦੋ ਚੀਜ਼ਾਂ ਮੈਂ ਕਰਨਾ ਚਾਹੂੰਗਾ। ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਵਰਜਿਸ਼ਾਂ YouTube ਤੇ ਪਈਆਂ ਹੋਈਆਂ ਨੇ। ਹੀਮੋਫੀਲੀਆ ਦੇ ਵਿੱਚ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਸਾਰੀਆਂ ਵਰਜਿਸ਼ਾਂ ਸਾਰਿਆਂ ਨੂੰ ਸੂਟ ਨਹੀਂ ਕਰਦੀਆਂ। ਸੋ ਤੁਹਾਨੂੰ ਇੱਕ ਕੰਸਰਨਡ ਫਿਜ਼ੀਓਥੈਰੇਪਿਸਟ, ਕੰਸਰਨਡ ਆਰਥੋਪੈਡਿਸ਼ਨ ਜਾਂ ਕੰਸਰਨਡ ਜਿਹੜਾ ਪੈਡੀਟ੍ਰੀਸ਼ੀਅਨ ਹੈ ਉਹ ਤੁਹਾਨੂੰ ਬੈਟਰ ਦੱਸ ਸਕਦਾ ਹੈ ਹਰ ਇੱਕ ਮਰੀਜ਼ ਦੇ ਅਨੁਸਾਰ ਉਹਨੂੰ ਕਿਹੜੀ ਵਰਜਿਸ਼ ਕਰਨੀ ਚਾਹੀਦੀ ਹੈ, ਕਿਹੜੀ ਨਹੀਂ ਕਰਨੀ ਚਾਹੀਦੀ। ਇਹ ਕੰਸਰਨਡ ਬੰਦਾ ਦੱਸੇ ਤਾਂ ਵੈਲ ਐਂਡ ਗੁੱਡ ਹੈ, ਇਹ ਬਹੁਤ ਵਧੀਆ ਗੱਲ ਹੈ। ਜਿਹੜਾ ਸਾਡਾ ਵਿਭਾਗ ਹੈ, ਫਿਜ਼ੀਓਥੈਰੇਪੀ ਦਾ ਵਿਭਾਗ ਹੈ, ਇਹਦੇ ਵਿੱਚ ਬਹੁਤ ਸਾਰੀਆਂ ਮਸ਼ੀਨਾਂ ਨੇ, ਮੋਡੈਲਿਟੀਜ਼ ਨੇ, ਜਿਹੜੀਆਂ ਅਸੀਂ ਯੂਜ਼ ਕਰਦੇ ਹਾਂ। ਮਸ਼ੀਨਾਂ ਦਾ ਇੱਕ ਨੁਕਸਾਨ ਇਹ ਹੈ ਵੀ ਇਹ ਮਸ਼ੀਨਾਂ ਘਰ ਘਰ ਨਹੀਂ ਜਾਂਦੀਆਂ। ਸੋ ਅਸੀਂ ਇੱਕ ਟੇਲਰਡ ਪ੍ਰੋਗਰਾਮ ਬਣਾਉਂਦੇ ਹਾਂ, ਯਾਨੀ ਹਰ ਬੰਦੇ ਦੇ ਅਨੁਸਾਰ, ਹਰ ਹੀਮੋਫੀਲਿਕ ਪੇਸ਼ੈਂਟ ਦੇ ਅਨੁਸਾਰ ਅਸੀਂ ਇੱਕ ਪ੍ਰੋਗਰਾਮ ਉਹਨੂੰ ਬਣਾ ਕੇ ਦਿੰਦੇ ਹਾਂ ਜਿਹੜਾ ਉਹ ਘਰ ਜਾ ਕੇ ਕਰ ਲੇ। ਠੀਕ ਹੈ। ਹੁਣ ਇੱਕ ਮਸਲਾ ਮੇਰੇ ਕੋਲ ਆਇਆ ਜਿਹੜਾ ਮੈਂ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ। ਕੋਵਿਡ ਦਾ ਮਾਹੌਲ ਆਇਆ। ਕੋਵਿਡ ਦੇ ਵਿੱਚ 2 ਸਾਲ 3 ਸਾਲ ਸਾਰੀ OPD ਸਭ ਕੁਝ ਬਹੁਤ ਘੱਟ ਰਿਹਾ। OPDs ਨਹੀਂ ਆਈਆਂ, ਪੇਸ਼ੈਂਟ ਨਹੀਂ ਆ ਸਕੇ। ਸੋ ਉਹਦੇ ਵਿੱਚ ਇੱਕ ਬਹੁਤ ਚੰਗਾ ਉਪਰਾਲਾ ਕੀਤਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਨੇ ਕਿ ਉਹਨਾਂ ਨੇ ਆਨਲਾਈਨ ਮੀਟਿੰਗਸ ਕਰਨੀਆਂ ਸ਼ੁਰੂ ਕੀਤੀਆਂ। ਆਨਲਾਈਨ ਮੀਟਿੰਗਸ ਦੇ ਵਿੱਚ ਕੀ ਹੋਇਆ, ਸਾਡੇ WhatsApp ਨੰਬਰ ਰੋਟੇਟ ਹੋਏ, ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰਨੀ ਸ਼ੁਰੂ ਹੋਏ। ਜਿਹੜਾ ਪੇਸ਼ੈਂਟ ਅੰਮ੍ਰਿਤਸਰ ਤੋਂ ਜਾਂ ਪਠਾਨਕੋਟ ਤੋਂ ਇੱਥੇ ਆਉਣਾ ਹੈ, ਉਹਨੇ WhatsApp 'ਤੇ ਆਪਦੀ ਵੀਡੀਓ ਬਣਾਉਣੀ ਹੈ, ਉਹਨੇ ਵੀਡੀਓ ਕਾਲ ਕਰਨੀ ਹੈ, ਉਹਨੇ ਸਾਰੀ ਪ੍ਰੋਬਲਮਸ ਆਨਲਾਈਨ ਦੱਸ ਦੇਣੀ ਹੈ। ਇੱਕ ਪ੍ਰੋਬਲਮ, ਇੱਕ ਪੇਸ਼ੈਂਟ ਦੀ ਮੈਂ ਗੱਲ ਸੁਣਾਉਣਾ ਹੈ। ਪੇਸ਼ੈਂਟ ਗੁਰਦਾਸਪੁਰ ਤੋਂ ਆਇਆ, ਸਵੇਰੇ ਬੱਸ 'ਚ ਬੈਠਾ, ਜਦੋਂ ਦੁਪਹਿਰ ਤੱਕ ਇੱਥੇ ਪਹੁੰਚਿਆ ਤਾਂ ਆਲਰੇਡੀ ਉਹ ਬਹੁਤ ਥਾਵਾਂ ਤੋਂ ਬਲੀਡ ਕਰ ਚੁੱਕਿਆ ਸੀਗਾ। ਸੋ ਉਹਨੂੰ ਫਾਇਦਾ ਤਾਂ ਕੀ ਹੋਣਾ, ਉਹਨੂੰ ਇੰਨਾ ਲੰਮਾ ਸਫ਼ਰ ਕਰਕੇ ਨੁਕਸਾਨ ਹੋਣਾ ਸ਼ੁਰੂ ਹੋਇਆ। ਸੋ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਵੀ ਜੇ ਪੇਸ਼ੈਂਟ ਇੱਥੇ ਆਵੇ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਆ ਸਕਦਾ ਤਾਂ ਐਟਲੀਸਟ ਆਪਦੀ ਵੀਡੀਓ, ਆਪਦਾ ਕਾਲ ਕਰਕੇ ਕੰਸਰਨ ਡਾਕਟਰ ਨਾਲ ਵੀ ਗੱਲ ਕਰ ਸਕਦਾ, ਸਪੈਸ਼ਲੀ ਫਿਜ਼ੀਓਥੈਰੇਪਿਸਟ ਨਾਲ ਤਾਂ ਕਰ ਸਕਦਾ ਹੈ। ਉਹਦੀ ਵੀਡੀਓਜ਼ ਬਣ ਕੇ ਅਸੀਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਕੀ ਕਰਨਾ ਹੈ, ਕੀ ਨਹੀਂ ਕਰਨਾ। ਜੇ ਕੇਸ ਬਹੁਤ ਜ਼ਿਆਦਾ ਵਰਸ ਹੈ, ਜੇ ਕੇਸ ਬਹੁਤ ਜ਼ਿਆਦਾ ਇਸ਼ੂ ਆ ਗਿਆ, ਟਾਰਗੇਟ ਜੁਆਇੰਟਸ ਬਣ ਗਏ ਆ, ਫਿਰ ਉਹਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਇੱਕ ਵਾਰੀ ਡਿਪਾਰਟਮੈਂਟ ਆਵੇ, ਹਫ਼ਤੇ 'ਚ 1 ਜਾਂ 2 ਵਾਰੀ ਆਵੇ, ਬਾਕੀ ਵਰਸ਼ਾਂ ਘਰੇ ਕਰੇ, ਤੇ ਉਹਦੇ ਨਾਲ ਉਹ ਬਹੁਤ ਹੱਦ ਤੱਕ ਠੀਕ ਹੋ ਸਕਦਾ ਹੈ। ਡਾਕਟਰ ਸਾਹਿਬ, ਆਪਣੇ ਕੋਲ ਕਿੰਨੇ ਕੁ ਪੇਸ਼ੈਂਟ ਹੈਗੇ ਜੀ ਜਿਹੜੇ ਹੀਮੋਫੀਲੀਆ ਦੇ ਆ ਰਹੇ? ਦੇਖੋ, ਆਪਣੇ ਕੋਲ ਓਵਰਆਲ ਪੰਜਾਬ ਕਵਰ ਕਰਦੇ ਹਾਂ ਜੀ। ਪਹਿਲਾਂ ਇਹ CMC ਲੁਧਿਆਣਾ ਦੇ ਵਿੱਚ ਮੇਨ ਇਹਦਾ ਹੱਬ ਸੀਗਾ। ਹੁਣ ਆਪਾਂ ਬਹੁਤ ਇਸ 'ਚ ਚੰਗੀ ਥਾਵਾਂ 'ਤੇ ਜਾ ਚੁੱਕੇ ਹਾਂ। ਸਟਾਰਟਿੰਗ ਵਿਦ ਦਾ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਪਟਿਆਲਾ, ਜਲੰਧਰ, ਲੁਧਿਆਣਾ, ਇਹ ਸਾਰੇ ਪੇਸ਼ੈਂਟ ਆਪਣੇ ਕੋਲ ਫੈਕਟਰ ਤੇ ਫਿਜ਼ੀਓਥੈਰੇਪੀ ਦੋਨਾਂ ਲਈ ਆ ਰਹੇ ਨੇ। ਸੋ ਜੇ ਕਰੀਬ ਦੇਖਿਆ ਜਾਵੇ ਤਾਂ 60 ਦੇ ਕਰੀਬ ਹੁਣ ਤੱਕ ਆਪਾਂ ਪੇਸ਼ੈਂਟ ਟ੍ਰੀਟ ਕਰ ਚੁੱਕੇ ਹਾਂ, ਜਿਹੜੇ ਕਿ ਹਜੇ ਤੱਕ ਹੀ ਸਾਡੇ ਲਿੰਕ ਦੇ ਵਿੱਚ ਨੇ। ਟੋਟਲ 350-400 ਦੇ ਕਰੀਬ ਪੇਸ਼ੈਂਟ ਟੋਟਲ ਪੰਜਾਬ 'ਚ ਸਾਨੂੰ ਦੇਖਣ ਨੂੰ ਮਿਲਦੇ ਨੇ। ਆਲਮੋਸਟ ਸਾਰੇ ਹੀ ਸਾਡੇ ਇਨ ਟੱਚ ਨੇ ਉਹ ਪੇਸ਼ੈਂਟਸ। ਡਾਕਟਰ ਸਾਹਿਬ, ਇੱਕ ਇਹਨਾਂ ਦੇ ਜਿਹੜੇ ਹੀਮੋਫੀਲੀਆ ਦੇ ਪੇਸ਼ੈਂਟ ਤੁਹਾਡੇ ਕੋਲ ਇਲਾਜ ਨਹੀਂ ਲਾ ਰਹੇ ਆ, ਉਹਨਾਂ ਦੀ ਏਜ ਕੋਈ ਹੈ, ਕੋਈ ਕੀ ਨੀਅਰ ਅਬਾਊਟ ਕਿੰਨੀ ਏਜ ਦੇ ਹੋਣਗੇ? ਹਾਂ, ਉਹ ਸਟਾਰਟਿੰਗ ਵਿਦ ਏਜ, ਦੇਖੋ ਕੋਈ ਪਹਿਲੀ 'ਚ ਪੜ੍ਹ ਰਿਹਾ ਹੈ, ਕੋਈ ਪ੍ਰੀ ਨਰਸਰੀ 'ਚ, ਨਰਸਰੀ ਦੇ ਵਿੱਚ ਸ਼ੁਰੂ 'ਚ ਡਾਇਗਨੋਜ਼ ਹੋ ਜਾਂਦਾ ਹੈ, ਅਸੀਂ ਉਹਨੂੰ ਵੀ ਬੁਲਾਉਂਦੇ ਹਾਂ। ਹੁਣ ਕਈ ਵਾਰੀ ਪੇਰੈਂਟਸ ਕਹਿੰਦੇ ਨੇ ਜੀ ਇਹਨੂੰ ਤਾਂ ਕੋਈ ਪ੍ਰੋਬਲਮ ਨਹੀਂ, ਅਸੀਂ ਵਾਰ-ਵਾਰ ਕਿਉਂ ਲੈ ਕੇ ਆਈਏ। ਇਹਨੂੰ ਕੋਈ ਪ੍ਰੋਬਲਮ ਨਾ ਆਵੇ, ਇਸ ਲਈ ਉਹਨੂੰ ਇੱਥੇ ਲੈ ਕੇ ਆਓ। ਸੈਕਿੰਡ ਥਿੰਗ, ਸਾਡੇ ਕੋਲ ਥੋੜ੍ਹੇ ਜਿਹੇ ਓਲਡ ਏਜ ਵੀ ਆ ਰਹੇ ਨੇ, 20-30 ਸਾਲ ਦੇ, 35 ਸਾਲ ਦੇ, 40 ਸਾਲ ਤੱਕ ਦੇ ਪੇਸ਼ੈਂਟ ਆ ਰਹੇ ਨੇ। ਉਹਨਾਂ ਨੂੰ ਪ੍ਰੋਬਲਮ ਹੋ ਚੁੱਕੀ ਆ, ਉਹ ਪ੍ਰੋਬਲਮ ਹੋਰ ਨਾ ਵਧੇ, ਇਸ ਕਰਕੇ ਸਾਡੇ ਕੋਲ ਆਓ। ਸੋ ਦੋਨੇ ਕੇਸਿਸ ਨੇ, ਸਟਾਰਟਿੰਗ ਵਿਦ ਵੈਰੀ ਯੰਗ ਪੇਸ਼ੈਂਟਸ ਕਿ 4 ਸਾਲ, 5 ਸਾਲ, 3 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਪੇਸ਼ੈਂਟ ਸਾਡੇ ਕੋਲ ਆ ਰਹੇ ਨੇ। ਡਾਕਟਰ, ਇਹਨਾਂ ਦੇ ਵਿੱਚ ਮਹਿਲਾਵਾਂ ਵੀ ਕੋਈ ਸ਼ਾਮਲ ਆ ਕਿ ਓਨਲੀ ਮੇਲ? ਨਹੀਂ, ਹਜੇ ਜ਼ਿਆਦਾਤਰ ਮੇਲਸ ਨੇ। ਫੀਮੇਲਸ ਦੇ ਵਿੱਚ ਕੈਰੀਅਰ ਨੇ ਉਹ। ਸਾਡੇ ਕੋਲ ਹਜੇ ਤੱਕ ਕੋਈ ਫੀਮੇਲ ਪੇਸ਼ੈਂਟ ਨਹੀਂ ਆਇਆ ਜੀ।